ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਤਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨਰਾਗ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਦੋਹਰਾ ਨਰ ਨਾਰੀ ਨਿਤ ਪ੍ਰਤ ਨੈ ਕੀਰਤਪੁਰ ਮੈਂ ਆਏ। ਸੰਬੰਧੀ ਸਿੱਖ ਸੰਗਤਾਂ ਸੰਗਤਾਂ ਰੁੱਤ ਸੋਖ ਵਿਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀ ਕੁਲ ਆਲਮ ਪਤਿਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਤਿਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਪਾਵਨ ਪਵਿੱਤਰ ਇਤਿਹਾਸਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਹਰਟਾ ਸਾਹਿਬ ਜੀ ਵਿਖੇ ਸ਼ਾਮ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਬੇਅੰਤ ਸੰਗਤਾਂ ਸੇਵਾਵਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ। ਸਤਿਗੁਰੂ ਜੀ ਸਭ ਸਤ ਸੰਗਤ ਕਰ ਰਹੇ ਗੁਰਮੁਖਾਂ ਦੀ ਸੇਵਾਵਾਂ ਦੇ ਵਿੱਚ ਹਾਜ਼ਰੀ ਭਰ ਰਹੇ ਸੰਗਤਾਂ ਦੀ ਯਾਤਰਾ ਕਰ ਰਹੀ ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ। ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਗੁਰ ਇਤਿਹਾਸ ਸ਼ਾਮ ਦੇ ਵੇਲੇ ਸਰਵਣ ਕਰਦੇ ਹਾਂ। ਉਪਰੰਤ ਇਲਾਹੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੋਏਗੀ। ਸਤਿਗੁਰੂ ਜੀ ਰਹਿਮਤ ਕਰਨ ਇਕਾਗਰਤਾ ਦੇ ਨਾਲ ਇਤਿਹਾਸ ਸੁਣਨ ਦਾ ਔਰ ਇਤਿਹਾਸ ਨੂੰ ਸਮਝਣ ਦਾ ਔਰ ਗੁਰੂ ਕੇ ਪਵਿੱਤਰ ਬਚਨਾਂ ਦੇ ਮੁਤਾਬਕ ਚੱਲਣ ਦਾ ਸਤਿਗੁਰੂ ਜੀ ਸਾਨੂੰ ਵੀ ਉਦਮ ਬਖਸ਼ਿਸ਼ ਕਰਨ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਛੇਵੇਂ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸਰਵਣ ਕੀਤਾ ਹੈ। ਸਤਿਗੁਰਾਂ ਦਾ ਜੀਵਨ ਚੱਲ ਵੀ ਰਿਹਾ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸੁਸ਼ੋਭਿਤ ਹਨ ਔਰ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ ਹਨ। ਬੇਅੰਤ ਸੰਗਤ ਨੂੰ ਪਤਾ ਲੱਗਿਆ, ਜਿੱਥੋਂ ਜਿੱਥੋਂ ਤੱਕ ਖਬਰ ਪਹੁੰਚੀ ਹੈ ਵੱਡੀ ਤਾਦਾਦ ਦੇ ਵਿੱਚ ਸੰਗਤ ਪਹੁੰਚ ਰਹੀ ਹੈ। ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਪਰਿਵਾਰ ਪਹੁੰਚ ਰਹੇ ਹਨ, ਉਹਨਾਂ ਦੀ ਅੰਸ ਬੰਸ ਪਹੁੰਚ ਰਹੀ ਹੈ। ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਬਹੁਤ ਵੱਡਾ ਇਕੱਠ ਹੈ, ਜਿੱਥੇ ਸੰਗਤਾਂ ਬੜੀਆਂ ਪਹੁੰਚੀਆਂ ਹਨ। ਉੱਥੇ ਬਾਬਾ ਗੁਰਦਿੱਤਾ ਜੀ ਦਾ ਹੀ ਵੱਡਾ ਸਪੁੱਤਰ ਬਾਬਾ ਧੀਰ ਮੱਲ ਜੀ, ਜਿਹੜੇ ਮਨ ਦੇ ਵਿੱਚ ਲਾਲਚ ਰੱਖਦੇ ਹਨ, ਮੋਹ ਮਾਇਆ ਦੇ ਵਿੱਚ ਫਸੇ ਹੋਏ ਹਨ। ਤੇ ਮੈਂ ਕਈ ਵਾਰੀ ਆਪਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਬਚਨ ਸਾਂਝਾ ਕਰਦੇ ਹਾਂ ਕਿ ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੇ ਪੁਰਸ਼ ਹੋਏ ਹਨ। ਇੱਕ ਤਾਂ ਉਹ ਜਿਹੜੇ ਗੁਰੂ ਕੇ ਹੁਕਮ ਦੇ ਮੁਤਾਬਕ ਚੱਲਦੇ ਰਹੇ, ਗੁਰੂ ਦੇ ਭਾਣੇ ਦੇ ਵਿੱਚ ਹਮੇਸ਼ਾ ਰਹੇ, ਉਹਨਾਂ ਨੂੰ ਬਹੁਤ ਵੱਡਾ ਸਤਿਕਾਰ ਮਿਲਿਆ ਹੈ। ਭਾਵੇਂ ਦੇਖੋ ਗੁਰਤਾ ਗੱਦੀ ਤਾਂ ਬੜੇ ਉੱਚੇ ਭਾਗਾਂ ਦੀ ਗੱਲ ਹੈ, ਤਾਂ ਮਾਲਕ ਨੇ ਧੁਰ ਦਰਗਾਹੋਂ ਜਿਨ੍ਹਾਂ ਨੂੰ ਦੇਣੀ ਹੈ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਲਿਖੀ ਹੈ, ਜਾਂ ਇਹ ਤਾਂ ਉਸ ਅਕਾਲ ਪੁਰਖ ਦੀ ਅਗੰਮੀ ਖੇਡ ਹੈ ਜਿੱਥੇ ਜੋਤ ਨੇ ਜਾਣਾ ਹੈ, ਜਿਸ ਸਰੀਰ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਪਰ ਜੇ ਕੋਈ ਆਮ ਤਰੀਕੇ ਦੇ ਨਾਲ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਰਿਹਾ ਹੈ ਤੇ ਉਹਦਾ ਵੀ ਬਹੁਤ ਵੱਡਾ ਸਤਿਕਾਰ ਉਹਨੂੰ ਮਿਲਿਆ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਹਨ। ਆਪਾਂ ਜੇ ਦੇਖੀਏ ਉਹਨਾਂ ਦਾ ਜੀਵਨ, ਤੇ ਜੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ, ਭਾਵੇਂ ਉਹ ਗੁਰੂ ਨਹੀਂ ਬਣੇ ਪਰ ਉਹਨਾਂ ਦਾ ਸਤਿਕਾਰ ਦੇਖੋ ਅੱਜ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਹੀ ਹੈ। ਆਪਾਂ ਦੇਖੀਏ ਕਿੰਨੀ ਸੰਗਤ ਬੇਅੰਤ ਸੰਗਤ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਝੁਕਦੀ ਹੈ, ਕਿੰਨੀ ਆਸਥਾ ਹੈ, ਕਿੰਨੀ ਸਿੱਖ ਧਰਮ ਦੇ ਵਿੱਚ ਵਡਿਆਈ ਹੈ, ਮਾਣ ਹੈ, ਸੋਭਾ ਹੈ। ਜ਼ਰੂਰੀ ਨਹੀਂ ਹੈ ਕਿ ਗੁਰਤਾ ਗੱਦੀ ਮਿਲੇ ਤਾਂ ਹੀ ਵਡਿਆਈ ਹੈ, ਪਰ ਕੁਝ ਇਸ ਤਰ੍ਹਾਂ ਦੇ ਕਰੈਕਟਰ, ਕੁਝ ਇਸ ਤਰ੍ਹਾਂ ਦੇ ਗੁਰੂ ਪਰਿਵਾਰ ਦੇ ਵਿੱਚੋਂ ਹੀ ਕੁਝ ਪੁਰਸ਼ ਸਨ ਜਿਨ੍ਹਾਂ ਦੇ ਅੰਦਰ ਇਹ ਲਾਲਚ ਸੀਗਾ ਕਿ ਗੁਰਤਾ ਗੱਦੀ ਸਾਡੇ ਕੋਲ ਆਉਣੀ ਚਾਹੀਦੀ ਹੈ। ਉਹਨਾਂ ਨੇ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ, ਕਈ ਤਰ੍ਹਾਂ ਦੇ ਗਲਤ ਤਰੀਕੇ ਢੰਗ ਵਰਤੇ, ਪਰ ਇਹ ਗੁਰਤਾ ਗੱਦੀ ਉਹਦੇ ਤੱਕ ਹੀ ਉਹਨੂੰ ਹੀ ਮਿਲੀ ਹੈ ਜਿਹਨੂੰ ਗੁਰੂ ਨੂੰ, ਜਿਹੜੇ ਗੁਰੂ ਨੂੰ ਭਾਗ ਹੈ, ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜੇ ਸਾਫ਼ ਮਨ ਦੇ ਨਾਲ, ਭਾਵਨਾ ਦੇ ਨਾਲ, ਇਕਾਗਰਤਾ ਦੇ ਨਾਲ ਜਿਨ੍ਹਾਂ ਨੇ ਜੁੜ ਕੇ ਸੇਵਾ ਕੀਤੀ, ਜਿਨ੍ਹਾਂ ਦੇ ਅੰਦਰ ਛਲ ਕੋਈ ਨਹੀਂ ਸੀ, ਕਪਟ ਕੋਈ ਨਹੀਂ ਸੀ। ਪ੍ਰਿਥੀ ਚੰਦ ਨੇ ਵੀ ਸਾਰਾ ਜ਼ੋਰ ਲਾ ਲਿਆ ਹੈ
ਗਲਤ ਤਰੀਕੇ ਦੇ ਨਾਲ, ਪਰ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਈ ਤੇ ਸੰਸਾਰ ਦੇ ਵਿੱਚੋਂ ਲਾਹਨਤਾਂ, ਧਿਰਕਾਰਾਂ, ਫਿਟਕਾਰਾਂ ਬੜੀਆਂ ਮਿਲੀਆਂ। ਔਰ ਧੀਰ ਮੱਲ ਨੇ ਵੀ ਇਹੀ ਰਸਤਾ ਧਾਰਨ ਕਰ ਲਿਆ ਹੈ ਕਿ ਇਹ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਬੜੇ ਢੰਗ ਤਰੀਕੇ ਪ੍ਰਿਥੀ ਚੰਦ ਦੇ ਵਾਂਗ ਧੀਰ ਮੱਲ ਵੀ ਵਰਤਣ ਲੱਗ ਪਿਆ ਹੈ। ਔਰ ਗੁਰੂ ਘਰ ਦੇ ਨਾਲ ਪਹਿਲਾਂ ਤੋਂ ਵੱਖਰਾ ਹੋ ਕੇ ਚੱਲਣਾ ਇਹਨੇ ਸ਼ੁਰੂ ਕਰ ਦਿੱਤਾ ਹੈ। ਬਾਦਸ਼ਾਹ ਦੇ ਨਾਲ ਇਹਨੇ ਸਾਂਝ ਬਣਾ ਲਈ ਹੈ ਤੇ ਬਾਦਸ਼ਾਹ ਦੇ ਨਾਲ ਜੁੜ ਕੇ ਕਈ ਵਾਰੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਔਰ ਆਪਣੇ ਪਿਤਾ ਬਾਬਾ ਗੁਰਦਿੱਤਾ ਜੀ ਨੂੰ ਵੀ ਧੀਰ ਮੱਲ ਗਲਤ ਆਖਦਾ ਹੈ ਕਿ ਨਹੀਂ, ਬਾਦਸ਼ਾਹ ਦੇ ਅਧੀਨ ਰਹਿਣਾ ਚਾਹੀਦਾ ਸੀ, ਉਹਦੇ ਮੁਤਾਬਕ ਚੱਲਣਾ ਚਾਹੀਦਾ ਸੀਗਾ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੇ ਗੁਰੂ ਘਰ ਤੋਂ, ਗੁਰੂ ਸਾਹਿਬਾਨਾਂ ਤੋਂ ਦੂਰ ਹੋਇਆ ਧੀਰ ਮੱਲ। ਹੁਣ ਅੱਜ ਪਿਤਾ ਜੀ ਚੜ੍ਹਾਈ ਕਰ ਗਏ ਹਨ ਤੇ ਧੀਰ ਮੱਲ ਆਪਣੇ ਪਿਤਾ ਦੀ ਅੰਤਮ ਕਿਰਿਆ ਤੇ ਵੀ ਨਹੀਂ ਪਹੁੰਚਿਆ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤ ਬੈਠੀ ਹੈ। ਧੀਰ ਮੱਲ ਕਰਤਾਰਪੁਰ ਦੀ ਸਾਹਿਬ ਦੀ ਧਰਤੀ ਤੋਂ ਨਹੀਂ ਆਇਆ, ਨਾ ਗ੍ਰੰਥ ਪਵਿੱਤਰ ਅੰਮ੍ਰਿਤ ਬਾਣੀ ਦਾ ਗ੍ਰੰਥ ਨਾ ਆਪ ਚੱਲ ਕੇ ਆਇਆ ਹੈ। ਹੁਣ ਬੇਅੰਤ ਗੁਰੂ ਕੇ ਚਰਨਾਂ ਦੇ ਵਿੱਚ ਸਿੱਖ ਪਹੁੰਚੇ ਹਨ। ਬੇਨਤੀ ਕੀਤੀ ਹੈ, ਰਾਏ ਜੋਧ ਸ਼ਾਹ ਹੋਰ ਅਨੇਕਾਂ ਪਾਤਸ਼ਾਹ ਕੀ ਭਾਣਾ ਵਾਪਰਿਆ ਹੈ। ਬਾਬਾ ਗੁਰਦਿੱਤਾ ਜੀ ਕਿਵੇਂ ਸੰਸਾਰ ਤੋਂ ਅਚਾਨਕ ਇੱਕਦਮ ਚੱਲ ਵਸੇ। ਤੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਾਰਾ ਇਤਿਹਾਸ ਸਰਵਣ ਕਰ ਰਹੇ ਸੀ ਕਿ ਬੜੇ ਬੇਸ਼ੁਮਾਰ ਕੀਮਤੀ ਬਚਨ ਸੰਸਾਰ ਤੇ ਮਨੁੱਖ ਦੇ ਸੰਬੰਧ ਵਿੱਚ, ਪਰਮਾਤਮਾ ਦੇ ਸੰਬੰਧ ਵਿੱਚ ਛੇਵੇਂ ਪਾਤਸ਼ਾਹ ਜੀ ਨੇ ਕੀਤੇ ਕਿ ਭਾਈ ਇਹ ਜਿਹੜਾ ਕੋਈ ਢੰਗ ਬਣਦਾ ਹੈ, ਕੋਈ ਤਰੀਕਾ ਬਣਦਾ ਹੈ, ਬਹਾਨਾ ਬਣਦਾ ਹੈ, ਇਹ ਅਸਲ ਦੇ ਵਿੱਚ ਜਦੋਂ ਕਿਸੇ ਦੀ ਔਧ ਪੂਰੀ ਹੋ ਗਈ ਹੈ, ਲਿਖੇ ਹੋਏ ਸਵਾਸ ਖਤਮ ਹੋ ਗਏ ਹਨ, ਫਿਰ ਤਾਂ ਕੋਈ ਨਾ ਕੋਈ ਇਹ ਖੇਡ ਹੀ ਵਾਪਰਦੀ ਹੈ, ਕੋਈ ਨਾ ਕੋਈ ਭਾਣਾ ਹੀ ਹੁੰਦਾ ਹੈ ਜਿਹਦੇ ਕਰਕੇ ਮਨੁੱਖ ਫਿਰ ਸੰਸਾਰ ਤੋਂ ਜਾਂਦਾ ਹੈ। ਇਸ ਕਰਕੇ ਬਾਬਾ ਗੁਰਦਿੱਤਾ ਜੀ ਦਾ ਵੀ ਜਿਤਨਾ ਕੋ ਸਮਾਂ, ਜਿਤਨੇ ਕੋ ਸਵਾਸ ਮਾਲਕ ਨੇ ਲਿਖੇ ਸਾਨੂੰ ਪੁੱਜ ਗਏ ਤੇ ਇੱਕ ਬਹਾਨਾ ਬਣਿਆ ਹੈ। ਤੇ ਉਸ ਤਰੀਕੇ ਨਾਲ ਬਾਬਾ ਗੁਰਦਿੱਤਾ ਜੀ ਵੀ ਅਚਾਨਕ ਚੱਲ ਵਸੇ ਹਨ। ਮਾਲਕ ਨੂੰ ਇਸੇ ਤਰ੍ਹਾਂ ਮਨਜ਼ੂਰ ਸੀਗਾ, ਪਰਮਾਤਮਾ ਨੂੰ ਇਸੇ ਤਰ੍ਹਾਂ ਹੀ ਪਾਉਂਦਾ ਹੈ। ਪਰ ਕਈ ਵਾਰ ਕੱਲ੍ਹ ਆਪਾਂ ਕਵੀ ਜੀ ਦੇ ਵੱਲੋਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਾਂਝੀਆਂ ਕੀਤੀਆਂ ਉਦਾਹਰਨਾਂ ਪੜ੍ਹ ਰਹੇ ਸੀ। ਸਤਿਗੁਰਾਂ ਨੇ ਇੱਕ ਬੜੀ ਖੂਬਸੂਰਤ ਉਦਾਹਰਨ ਦਿੱਤੀ। ਕਹਿਣ ਲੱਗੇ, ਇਹ ਭਾਈ ਦੇਖੋ, ਜਿਵੇਂ ਇੱਕ ਕੁੱਤੇ ਨੂੰ ਸੋਟੀ ਮਾਰੀ ਜਾਏ ਤੇ ਕੁੱਤਾ ਕਈ ਵਾਰੀ ਸੋਟੀ ਨੂੰ ਮੂੰਹ ਦੇ ਵਿੱਚ ਪਾ ਕੇ ਤੇ ਸੋਟੀ ਤੇ ਹੀ ਸਾਰਾ ਗੁੱਸਾ ਕੱਢ ਦਿੰਦਾ ਹੈ ਕਿ ਸੋਟੀ ਮੇਰੇ ਵੱਜੀ ਹੈ, ਸੋਟਾ ਮੇਰੇ ਵੱਜਾ ਹੈ। ਪਰ ਜਿਸ ਨੇ ਮਾਰਿਆ ਹੈ ਉਹਦੇ ਵੱਲ ਨਹੀਂ ਦੌੜਦਾ, ਸੋਟੇ ਨੂੰ ਫੜੀ ਫਿਰਦਾ, ਸੋਟੇ ਤੇ ਸਾਰਾ ਗੁੱਸਾ ਕੱਢ ਦਿੰਦਾ ਹੈ। ਇਸੇ ਤਰ੍ਹਾਂ ਮਨੁੱਖ ਜਿਹੜਾ ਕਾਰਨ ਬਣਦਾ ਹੈ, ਕਈ ਵਾਰੀ ਉਹਨੂੰ ਹੀ ਜ਼ਿਆਦਾ ਸੋਚਦਾ ਹੈ, ਪਰ ਕਾਰਨ ਨੂੰ ਕਰਨ ਵਾਲਾ ਪਿੱਛੇ ਕਰਤਾ ਕੋਈ ਹੋਰ ਹੈ। ਮਨੁੱਖ ਜਿਹੜਾ ਹੈ ਉਹ ਕਾਰਨ ਕੀ ਹੋਇਆ ਹੈ ਉਹਦੇ ਤੇ ਬਹੁਤਾ ਜ਼ੋਰ ਲਾ ਦਿੰਦਾ ਹੈ, ਪਰ ਅਸਲ ਦੇ ਵਿੱਚ ਜਿਸ ਤਰ੍ਹਾਂ ਸੋਟੀ ਮਾਰਨ ਵਾਲਾ ਕੋਈ ਹੋਰ ਹੈ ਪਰ ਕੁੱਤਾ ਕੇਵਲ ਸੋਟੇ ਨੂੰ ਹੀ ਦੇਖਦਾ ਹੈ, ਇਸੇ ਤਰ੍ਹਾਂ ਜਿਹੜਾ ਸਵਾਸ ਖਿੱਚਣ ਵਾਲਾ ਕੋਈ ਹੋਰ ਹੈ ਤੇ ਬੰਦਾ ਸਾਰਾ ਬਹਾਨਿਆਂ ਤੇ ਜ਼ੋਰ ਲਾ ਦਿੰਦਾ, ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਕਿਉਂ ਹੋ ਗਿਆ, ਇਸ ਤਰ੍ਹਾਂ ਹੋਣਾ ਚਾਹੀਦਾ ਸੀ, ਇਸ ਤਰ੍ਹਾਂ ਕਰ ਲੈਂਦਾ, ਕਾਰਨ ਹੀ ਵਿਚਾਰਦਾ ਰਹਿੰਦਾ ਹੈ। ਪਰ ਉਹ ਮਾਲਕ ਨੇ ਜੈਸਾ ਸਮਾਂ ਲਿਖਿਆ ਹੈ, ਜੈਸੇ ਸਵਾਸ ਲਿਖੇ ਹਨ, ਭਾਣਾ ਉਸੇ ਤਰ੍ਹਾਂ ਹੀ ਵਾਪਰਦਾ ਹੈ। ਬੇਅੰਤ ਸੰਗਤਾਂ ਨੂੰ ਸਤਿਗੁਰਾਂ ਨੇ ਧੀਰਜ ਬਖਸ਼ਿਆ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਹੌਸਲਾ ਦਿੱਤਾ ਹੈ। ਬਹੁਤ ਸਾਰੇ ਪ੍ਰੇਮੀ, ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਸਤਿਕਾਰ ਬੜਾ ਵੱਡਾ ਹੈ ਗੁਰੂ ਘਰ ਦੇ ਅੰਦਰ। ਸਤਿਗੁਰਾਂ ਦੇ ਬੜੇ ਆਗਿਆਕਾਰੀ ਤੇ ਬੜੇ ਭਾਵਨਾ ਵਾਲੇ ਸਪੁੱਤਰ ਸਨ ਤੇ ਕਈ ਨਗਰ ਔਰ ਸਤਿਗੁਰਾਂ ਦੇ ਬਹੁਤ ਵੱਡੀ ਬਾਬਾ ਗੁਰਦਿੱਤਾ ਜੀ ਦੀ ਸੋਭਾ ਹੈ, ਨਗਰ ਵਸਾਏ ਹਨ ਤੇ ਕੀਰਤੀ ਬਾਬਾ ਗੁਰਦਿੱਤਾ ਜੀ ਦੀ ਬਹੁਤ ਵੱਡਾ ਮਾਣ ਸਨਮਾਨ ਹੈ। ਇਸ ਕਰਕੇ ਸੰਗਤ ਦਾ ਲਗਾਅ ਬੜਾ ਹੈ, ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੈ। ਇਸ ਤੋਂ ਅਗਲੇਰਾ ਜਿਹੜਾ ਇਤਿਹਾਸ ਹੈ, ਆਓ ਭਾਵਨਾ ਸਹਿਤ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਪਰਿਵਾਰ
ਗੁਰੂ ਘਰ ਦੇ ਜਿਹੜੇ ਰਿਸ਼ਤੇਦਾਰ ਸਨ, ਜਿੱਥੇ ਸਾਂਝ ਹੈ, ਜਿੱਥੇ ਸਿੱਖੀ ਦੇ ਨਾਂ 'ਤੇ ਸਾਂਝ ਹੈ ਜਾਂ ਰਿਸ਼ਤੇਦਾਰੀ ਦੇ ਵਜੋਂ ਸਾਂਝ ਹੈ, ਜਿੱਥੇ ਵੀ ਉੱਥੋਂ ਨਰ ਨਾਰੀਆਂ ਪਰਿਵਾਰ ਸਮੇਤ ਸਾਰੇ ਪਰਿਵਾਰ ਇਕੱਠੇ ਹੋ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਬੇਅੰਤ ਸੰਗਤ ਪਹੁੰਚੀ ਹੈ। ਔਰ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਬੈਰਾਗ ਹੈ। ਬੈਰਾਗ ਆਉਣਾ ਸੁਭਾਵਿਕ ਹੈ, ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਨਾਲ ਬੇਅੰਤ ਸੰਗਤਾਂ ਦਾ ਬਹੁਤ ਵੱਡਾ ਪ੍ਰੇਮ ਹੈ। ਸੰਗਤ ਹਾਜ਼ਰ ਹੋਈ ਹੈ ਤੇ ਕੁਝ ਐਸੇ ਗੁਰਮੁਖ ਪਿਆਰੇ ਬਾਬਾ ਗੁਰਦਿੱਤਾ ਜੀ ਦੇ ਸੰਗੀ, ਕੁਝ ਰਿਸ਼ਤੇਦਾਰ ਜਿਨ੍ਹਾਂ ਦੇ ਨੇਤਰਾਂ ਦੇ ਵਿੱਚੋਂ ਬੈਰਾਗ ਦੇ ਨਾਲ ਜਲ ਵਹਿ ਰਿਹਾ ਹੈ। ਔਰ ਉਸ ਵੇਲੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਦੇ ਸਪੁੱਤਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਹਨਾਂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਉਹਨਾਂ ਦੇ ਛੋਟੇ ਸਪੁੱਤਰ, ਕਿਉਂਕਿ ਵੱਡਾ ਸਪੁੱਤਰ ਤਾਂ ਬਾਬਾ ਧੀਰਮਲ ਜੀ ਹੈ ਤੇ ਛੋਟੇ ਸਪੁੱਤਰ ਹਨ ਬਾਬਾ ਹਰਿ ਸਾਹਿਬ ਜੀ, ਕਹਿਣ ਲੱਗੇ ਕਿ ਅਪਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਲਪ ਬੈਸ ਮਹਿ ਸ਼੍ਰੀ ਹਰਿ ਰਾਏ। ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਜਿਨ੍ਹਾਂ ਨੇ ਅੱਗੇ ਜਾ ਕਰਕੇ 7ਵੇਂ ਪਾਤਸ਼ਾਹ ਜਿਹਦੇ ਵਜੋਂ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਸਤਿਕਾਰ ਹੋਣਾ ਹੈ, ਛੋਟੀ ਦੀ ਉਮਰ ਦੇ ਵਿੱਚ ਹਨ। ਉਸ ਵੇਲੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹਨ ਤੇ ਇਹਨਾਂ ਨੇ ਫਿਰ ਜਦੋਂ ਬਾਬਾ ਧੀਰਮਲ ਨਹੀਂ ਪਹੁੰਚਿਆ, ਬਾਬਾ ਧੀਰਮਲ ਨੇ ਮਨਾ ਕਰ ਦਿੱਤਾ ਹੈ ਕਿ ਭਾਈ ਮੈਂ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਨਹੀਂ ਰਵਾਂਗਾ, ਮੈਂ ਤਾਂ ਕਰਤਾਰਪੁਰ ਸਾਹਿਬ ਜੀ ਵਿੱਚ ਹੀ ਰਵਾਂਗਾ, ਕਿਉਂਕਿ ਮੇਰੇ ਜਾਣ ਦੇ ਨਾਲ ਮੇਰੇ ਨਾਲ ਬਾਦਸ਼ਾਹ ਨਾਰਾਜ਼ ਹੋ ਜਾਏਗਾ। ਇਹ ਬਾਦਸ਼ਾਹ ਦੇ ਨਾਲ ਜੁੜਿਆ ਹੋਇਆ ਧੀਰਮਲ। ਹੁਣ ਸਾਰੀ ਜਿਹੜੀ ਪਿਤਾ ਦੀ ਅੰਤਮ ਕਿਰਿਆ ਹੈ, ਹੁਣ ਕਿਰਿਆ ਪਿਤਾ ਹਿਤ ਕਰੇ ਬਣਾਏ। ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਛੋਟੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ ਦੀ ਅੰਤ ਵੇਲੇ ਦੀ ਕਿਰਿਆ ਕੀਤੀ ਹੈ। ਔਰ ਫਿਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਜਿਹੜੇ ਫੁੱਲ ਸਨ ਉਹ ਪਾਣੀ ਦੇ ਵਿੱਚ ਜਲ ਪਾਏ ਗਏ ਹਨ ਔਰ ਬੜੇ ਸੋਹਣੇ ਢੰਗ ਦੇ ਨਾਲ 6ਵੇਂ ਪਾਤਸ਼ਾਹ ਜੀ ਦੀ ਆਗਿਆ ਦੇ ਵਿੱਚ ਆਪਣੇ ਪਿਤਾ ਦੀ ਹਰ ਜਿਹੜੀ ਕਿਰਿਆ ਹੈ ਸੋਹਣੇ ਢੰਗ ਦੇ ਨਾਲ ਗੁਰਮਰਿਆਦਾ ਦੇ ਅਨੁਸਾਰ 7ਵੇਂ ਪਾਤਸ਼ਾਹ ਜੀ ਨੇ ਨਿਭਾਈ ਹੈ। ਤੇ ਜਦੋਂ 2 ਹਫ਼ਤਿਆਂ ਦਾ ਸਮਾਂ ਲੰਘਿਆ, 13-14 ਦਿਨ ਦਾ ਸਮਾਂ ਜਦੋਂ ਬਤੀਤ ਹੋਇਆ ਹੈ, ਦਿਵਸ 3 10 ਜਬੇ ਬਿਤਾਏ, ਇਤਨੇ ਕੋ ਦਿਨ ਜਦੋਂ ਬਤੀਤ ਹੋ ਗਏ ਸਨ ਔਰ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਅੱਜ ਵੀ ਜਿਸ ਤਰ੍ਹਾਂ ਆਪਾਂ 10 ਕੁ ਦਿਨਾਂ ਬਾਅਦ ਅਰਦਾਸ ਕਰਦੇ ਹਾਂ, ਉਦੋਂ 2 ਕੁ ਹਫ਼ਤਿਆਂ ਦੇ ਬਾਅਦ ਜਿਹੜੀ ਹੈ ਉਹ ਅਰਦਾਸ ਕੀਤੀ ਜਾਂਦੀ ਸੀ ਕਿ ਸਾਰੇ ਭੈਣ ਭਰਾ ਸਾਕ ਸੰਬੰਧੀ ਇਤਨੇ ਦਿਨਾਂ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਏ ਤੇ ਪਹੁੰਚ ਜਾਣ। ਉਸ ਵੇਲੇ ਵੀ ਦੂਰ ਨੇੜੇ ਤੋਂ ਗੱਡੀਆਂ ਤੇ ਘੋੜਿਆਂ ਤੇ ਲੋਕ ਇਕੱਤਰ ਹੁੰਦੇ ਸਨ ਤੇ 2 ਕੁ ਹਫ਼ਤਿਆਂ ਬਾਅਦ ਜਿਹੜਾ ਹੈ ਉਹ ਅਰਦਾਸ ਹੋਣੀ ਹੈ। ਭਾਈਓ ਸਮਾਜ ਮਨੁਜ ਸਮੁਦਾਇ ਸਾਰੇ ਜਿਹੜੇ ਸਮਾਜ ਰਿਸ਼ਤੇਦਾਰ ਸਾਕ ਸੰਬੰਧੀ ਜਿੱਥਾਂ ਤੱਕ ਅਜੇ ਸੁਨੇਹਾ ਨਹੀਂ ਸੀ ਪਹੁੰਚਿਆ ਉੱਥੋਂ ਤੱਕ ਵੀ ਖਬਰ ਪਹੁੰਚਾਈ ਗਈ ਹੈ ਤੇ ਸਾਰੇ ਰਲ ਕੇ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੇ ਹਨ ਔਰ ਜਿੱਥੋਂ ਜਿੱਥੇ ਖਬਰ ਪਹੁੰਚੀ ਹੈ ਉੱਥੋਂ ਸੰਗਤ ਪਰਿਵਾਰ ਰਿਸ਼ਤੇਦਾਰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸੰਗਤ ਆਈ ਹੈ ਔਰ ਹੁਣ ਵੱਡਾ ਇਕੱਠ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਹੋਇਆ ਹੈ ਔਰ ਹੁਣ ਰਾਏ ਜੋਧ ਸ਼ਾਹ ਔਰ ਉਹਨਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਸਤਿਕਾਰਯੋਗ ਸਪੁੱਤਰ ਬਾਬਾ ਭਾਨਾ ਜੀ, ਇਹ ਸਾਰੇ ਰਲ ਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ ਤੇ ਬੈਠੇ ਹੋਏ ਹਨ ਤੇ ਬੜੇ ਅਦਬ ਦੇ ਨਾਲ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਭਾਨਾ ਜੀ ਤੇ ਰਾਏ ਜੋਧ ਸ਼ਾਹ ਬੇਨਤੀ ਕਰਦੇ ਹਨ।
ਔਰ हे ਪਾਤਸ਼ਾਹ ਅਤੀ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਜਿਹੜੇ ਚੱਲ ਵਸੇ ਹਨ, ਉਹਨਾਂ ਦੇ 2 ਸਪੁੱਤਰ ਆਪਾਂ ਦੇਖਦੇ ਹਾਂ, 2 ਸਪੁੱਤਰ ਉਹਨਾਂ ਦੇ ਹੋਏ ਹਨ। ਮਨ ਹੈ ਬੈਸ ਵੀ ਰੰਗ। ਤੇ ਉਹਨਾਂ 2 ਪੁੱਤਰਾਂ ਦੇ ਵਿੱਚੋਂ ਵੱਡਾ ਜਿਹੜਾ ਸਪੁੱਤਰ ਹੈ ਉਹ ਬਾਬਾ ਧੀਰ ਮੱਲ ਹੈ ਬੈਸ ਬਿਲੰਦ। ਉਮਰ ਦੇ ਵਿੱਚ ਉਹ ਵੱਡੇ ਹਨ। ਔਰ ਸਤਿਗੁਰੂ ਜੀ ਉਹ ਤਾਂ ਭਾਵੇਂ ਬੜਿਆਂ ਨੇ ਬਲ ਲਾਇਆ, ਜ਼ੋਰ ਲਾਇਆ, ਸਮਝਾਉਣ ਦਾ ਯਤਨ ਕੀਤਾ ਹੈ, ਪਰ ਸਤਿਗੁਰੂ ਜੀ ਲੱਖ ਵਾਰੀ ਸਮਝਾਉਣ ਦੇ ਬਾਵਜੂਦ ਵੀ ਉਹ ਤਾਂ ਇੱਥੇ ਨਹੀਂ ਪਹੁੰਚੇ, ਆਪਣੇ ਪਿਤਾ ਦੀ ਅੰਤਮ ਕਿਰਿਆ ਦੇ ਵਿੱਚ ਸ਼ਾਮਲ ਨਹੀਂ ਹੋਏ ਹਨ। ਔਰ ਹੁਣ ਸਾਰਿਆਂ ਦੇ ਨਾਲੋਂ ਟੁੱਟ ਗਏ ਹਨ, ਵੱਖ ਹੋ ਗਏ ਹਨ, ਆਪਣੇ ਸੁਭਾਅ ਦੇ ਮੁਤਾਬਕ ਹੀ ਚੱਲਦੇ ਹਨ। ਜੋ ਉਹਨਾਂ ਨੂੰ ਚੰਗਾ ਲੱਗਦਾ ਹੈ ਉਸੇ ਮੁਤਾਬਕ ਸਾਰਿਆਂ ਨੇ ਜਾਣ ਲਿਆ ਹੈ, ਸਾਰਿਆਂ ਨੇ ਦੇਖਿਆ ਹੈ। ਧੀਰ ਮੱਲ ਆਪਣੇ ਹਿਸਾਬ ਦੇ ਨਾਲ ਹੀ ਰਹਿ ਰਿਹਾ ਹੈ ਤੇ ਪਿਤਾ ਜੀ ਚੱਲ ਵਸੇ ਹਨ। ਇਸ ਤੋਂ ਵੱਡਾ ਸਮਾਂ ਕਿਹੜਾ ਹੋ ਸਕਦਾ ਹੈ? ਬੈਰਾਗਮਈ, ਇਸ ਤੋਂ ਵੱਡਾ ਸਮਾਂ ਪਿਤਾ ਹੀ ਚੱਲ ਵਸਿਆ ਹੈ, ਇਹ ਤੋਂ ਵੱਡਾ ਕੀ ਹੋ ਸਕਦਾ ਹੈ? ਐਸੇ ਸਮੇਂ ਦੇ ਅੰਦਰ ਵੀ ਔਰ ਇੱਕ ਵਾਰੀ ਵੀ ਇੱਥੇ ਆਇਆ ਨਹੀਂ ਹੈ, ਔਰ ਐਸੇ ਸਮੇਂ ਦੇ ਵਿੱਚ, ਐਸੇ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਨਹੀਂ ਹੋਇਆ। ਆਏ ਨਾ ਪਹੁੰਚਿਓ ਕੀਨ ਨਾ ਗਮਾ, ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਇਹ ਗੱਲ ਨੂੰ ਨਹੀਂ ਵਿਚਾਰਿਆ, ਕੋਈ ਗਮ ਜ਼ਾਹਰ ਨਹੀਂ ਕੀਤਾ ਹੈ। ਤੇ ਕੀ ਪਾਤਸ਼ਾਹ ਇਹ ਸਤਿਗੁਰੂ ਜੀ ਬਾਬਾ ਧੀਰ ਮੱਲ ਜੀ ਨੂੰ ਪਿਤਾ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਜਿਹੜੀ ਦਸਤਾਰ ਹੈ, ਕੀ ਉਹ ਦੇਣੀ ਬਣਦੀ ਹੈ? ਇਹ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਇਹ ਵਿਚਾਰਨਯੋਗ ਹੈ, ਉਹਨੂੰ ਦੇਣੀ ਚਾਹੀਦੀ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗੁਰੂ ਕੇ ਪਿਆਰੇ ਇਸ ਤਰ੍ਹਾਂ ਬੇਨਤੀ ਕਰ ਰਹੇ ਹਨ, ਪੁੱਛ ਰਹੇ ਹਨ, हे ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, ਜੈਸੀ ਆਪ ਜੀ ਦੀ ਆਗਿਆ ਹੈ, ਜੋ ਤੁਹਾਡਾ ਹੁਕਮ ਹੈ ਉਸੇ ਮੁਤਾਬਕ ਹੀ ਸਾਰਾ ਕੁਝ ਹੋਏਗਾ। हे ਸਤਿਗੁਰੂ ਜੀ ਤੁਸੀਂ ਕੀ ਵਿਚਾਰਦੇ ਹੋ ਕਿ ਕੁਝ ਪ੍ਰੇਮੀ ਭੇਜ ਦਿੱਤੇ ਜਾਣ? ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਜੇ ਉਹ ਨਹੀਂ ਆਏ ਤੇ ਕੁਝ ਪ੍ਰੇਮੀ ਦਸਤਾਰ ਲੈ ਕੇ ਬਾਬਾ ਧੀਰ ਮੱਲ ਨੂੰ ਉੱਥੇ ਜਾ ਕੇ ਦੇ ਆਉਣ, ਜੇ ਉਹ ਇੱਥੇ ਨਹੀਂ ਪਹੁੰਚੇ ਹਨ। हे ਸਤਿਗੁਰੂ ਜੀ ਕੀ ਇਸ ਤਰ੍ਹਾਂ ਠੀਕ ਹੈ, ਇਸ ਤਰ੍ਹਾਂ ਦੇਣੀ ਬਣਦੀ ਹੈ? ਇਹ ਵਿਚਾਰਾਂ ਗੁਰੂ ਕੇ ਚਰਨਾਂ ਦੇ ਵਿੱਚ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੇ ਹਨ। ਇਸ ਤੋਂ ਬਗੈਰ ਤਾਂ ਹੋਰ ਵੱਡੇ ਪੁੱਤਰ ਨੂੰ ਜ਼ਿੰਮੇਵਾਰੀ ਦੇਣ ਦਾ ਤਾਂ ਕੋਈ ਉਪਾਅ ਨਹੀਂ ਬਣਦਾ ਹੈ, ਤਰੀਕਾ ਨਹੀਂ ਬਣਦਾ, ਕਿਉਂਕਿ ਆਪ ਉਹ ਚੱਲ ਕੇ ਨਹੀਂ ਆਏ ਤੇ ਜਾਂ ਤਾਂ ਫਿਰ ਇੱਥੋਂ ਸਿੱਖ ਜਾਣਗੇ। ਇਹ ਸਤਿਗੁਰੂ ਜੀ ਕੀ ਆਪ ਜੀ ਦੀ ਖੁਸ਼ੀ ਹੈ। ਔਰ ਦੂਸਰਾ, ਸ਼੍ਰੀ ਹਰਿ ਰਾਇ ਸਾਹਿਬ ਜੀ ਬਾਬਾ ਧੀਰ ਮੱਲ ਤੋਂ ਛੋਟੇ ਹਨ ਉਮਰ ਦੇ ਵਿੱਚ, ਤੇ ਇਸ ਦੇ ਸ਼੍ਰੀ ਹਰਿ ਰਾਇ ਛਟੇਰੇ ਉਹ ਛੋਟੇ ਪੁੱਤਰ ਸਤਿਗੁਰੂ ਜੀ ਅਸੀਂ ਜਾਣਦੇ ਹਾਂ। ਪਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਇਹ ਵੀ ਗੱਲ ਜਾਣਦੀਆਂ ਹਨ, ਉਮਰ ਦੇ ਵਿੱਚ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਛੋਟੇ ਹਨ, ਤੇ ਇਸ ਦੇ ਸ਼੍ਰੀ ਹਰਿ ਰਾਇ ਛਟੇਰੇ। ਸੀਲ ਧਰਮ ਧੀਰ ਸੀਲ ਗੁਣ ਵਿਖੇ ਵਡੇਰੇ। ਪਰ ਜਿਹੜੇ ਪਾਤਸ਼ਾਹ ਸ਼੍ਰੀ ਹਰਿ ਰਾਇ ਸਾਹਿਬ ਜੀ ਛੋਟੇ ਸਪੁੱਤਰ ਹਨ, ਨਿਮਰਤਾ ਦੇ ਵਿੱਚ ਤੇ ਮਿੱਠੇ ਸੁਭਾਅ ਦੇ ਵਿੱਚ ਤੇ ਆਗਿਆ ਦੇ ਵਿੱਚ ਰਹਿਣ ਕਰਕੇ, ਐਸੇ ਗੁਣਾਂ ਦੇ ਕਰਕੇ ਉਹ ਧੀਰ ਮੱਲ ਤੋਂ ਕਿਤੇ ਵੱਡੇ ਹਨ। ਉਮਰ ਦੇ ਵਿੱਚ ਭਾਵੇਂ ਛੋਟੇ ਹਨ, ਕਹਿਣ ਲੱਗੇ ਧੀਰ ਸ਼ੀਲ ਗੁਣ ਵਿਖੇ ਵਡੇਰੇ। ਸਤਿਗੁਰੂ ਜੀ ਸੰਗਤਾਂ ਔਰ ਆਪ ਜੀ ਜਾਣਦੇ ਹੋ, ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਗੁਣਾਂ ਦੇ ਵਿੱਚ ਤਾਂ ਧੀਰ ਮੱਲ ਤੋਂ ਕਿਤੇ ਵੱਡੇ ਹਨ। ਔਰ हे ਸਤਿਗੁਰੂ ਜੀ ਆਪ ਜੀ ਦੀ ਕੀ ਮਰਜ਼ੀ ਹੈ, ਕੀ ਹੋਣਾ ਚਾਹੀਦਾ ਹੈ, ਕੀ ਚੰਗਾ ਹੈ? हे ਸਤਿਗੁਰੂ ਜੀ ਜੋ ਤੁਹਾਨੂੰ ਭਾਉਂਦਾ ਹੈ ਉਹੀ ਹੋਏਗਾ। ਪਰ ਫਿਰ ਵੀ ਸਹਿਬ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਸੰਗਤ ਵਜੋਂ ਇਹ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ। ਔਰ ਅਸੀਂ ਤਾਂ ਕਹਿ ਸਕਦੇ ਹਾਂ ਅਰ ਹਮ ਲਖਿਓ ਚਾਹੇ ਤਬ ਮਰਜੀ। ਹੋਣਾ ਤਾਂ ਉਹੀ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ, ਜੋ ਤੁਹਾਨੂੰ ਭਾਉਂਦਾ ਹੈ।
ਜੋ ਆਪ ਜੀ ਨੂੰ ਮਨਜ਼ੂਰ ਹੈ। ਅਸੀਂ ਸਾਡੀ ਤਾਂ ਇੱਕ ਬੇਨਤੀ ਹੈ ਕਿ ਬਾਬਾ ਹਰਿ ਰਾਇ ਸਾਹਿਬ ਜੀ ਗੁਣਾਂ ਦੇ ਵਿੱਚ ਬਹੁਤ ਉੱਚੇ ਹਨ ਪਰ ਹੀ ਪ੍ਰਸੰਨ ਹੈ ਹਰਿ ਜੀ। ਔਰ ਲੱਗਦਾ ਹੈ ਮਾਲਕ ਨੂੰ, ਪਰਮਾਤਮਾ ਨੂੰ ਵੀ ਇਹੋ ਹੀ ਮਨਜ਼ੂਰ ਹੈ। ਜੇ ਧੀਰਮਲ ਇੱਥੇ ਨਹੀਂ ਪਹੁੰਚਿਆ ਤੇ ਇਹ ਵੀ ਸ਼ਾਇਦ ਪਰਮਾਤਮਾ ਨੂੰ, ਅਕਾਲ ਪੁਰਖ ਨੂੰ, ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਕਿ ਜ਼ਿੰਮੇਵਾਰੀ ਛੋਟੇ ਸਪੁੱਤਰ ਨੂੰ ਹੀ ਦੇਣੀ ਚਾਹੀਦੀ ਹੈ। ਲਗ ਪਰ ਹੀ ਪ੍ਰਸੰਨ ਹੈ ਹਰਿ ਜੀ। ਪਰਮਾਤਮਾ ਵੀ ਛੋਟੇ ਸਪੁੱਤਰ ਤੇ ਹੀ ਪ੍ਰਸੰਨ ਹੈ। ਜਿਨੀ ਬਣੇ ਇਨੇ ਦਸਤਾਰ। ਔਰ ਸ੍ਰੀ ਹਰਿ ਰਾਇ ਸਾਹਿਬ ਜੀ ਨੂੰ ਹੀ ਦਸਤਾਰ ਦੇਣੀ ਬਣਦੀ ਹੈ। ਵਡਿਆਈ ਕੇ ਉਚਤੇ ਉਧਾਰ। ਔਰ ਇਤਨੀ ਵੱਡੀ ਵਡਿਆਈ ਦੇ, ਜ਼ਿੰਮੇਵਾਰੀ ਦੇ ਯੋਗ ਸਾਨੂੰ ਲੱਗਦਾ ਹੈ ਕਿ ਧੀਰਮਲ ਤਾਂ ਹੰਕਾਰੀ ਹੈ, ਈਰਖਾਲੂ ਹੈ, ਕਦੇ ਹੁਕਮ ਦੇ ਵਿੱਚ ਨਹੀਂ ਚੱਲਦਾ, ਆਪਣੀ ਮਨ ਦੀ ਮਰਜ਼ੀ ਕਰਦਾ ਹੈ, ਬਾਦਸ਼ਾਹ ਵੱਲ ਚਿੱਠੀਆਂ ਪਾ ਪਾ ਕੇ ਤੇ ਉਹਦੇ ਅਧੀਨ ਹੋ ਗਿਆ ਹੈ। ਇਹ ਗੁਰੂ ਕੀ ਮਰਿਆਦਾ ਤੋਂ ਬਾਹਰ ਗਿਆ ਹੈ। ਇਸ ਕਰਕੇ ਮਾਲਕ ਨੂੰ ਇਹੀ ਮਨਜ਼ੂਰ ਹੈ ਤੇ ਚੰਗਾ ਹੋਇਆ ਨਹੀਂ ਵੀ ਆਇਆ। ਇਸ ਕਰਕੇ ਉਚਿਤ ਇਹ ਹੈ, ਇਹ ਵਡਿਆਈ ਛੋਟੇ ਸਪੁੱਤਰ ਨੂੰ ਹੀ ਬਣਦੀ ਹੈ। ਮੁਖ ਪ੍ਰਸੰਨ ਰਹੇ ਬਿਖਸਿਓ ਸਦਾ। ਔਰ ਸਾਰੀ ਸੰਗਤ ਨੂੰ ਸਤਿਗੁਰੂ ਬਾਲਕ ਹਰਿ ਰਾਇ ਸਾਹਿਬ ਜੀ ਬੜੇ ਅਦਬ ਦੇ ਨਾਲ ਮਿਲਦੇ ਹਨ। ਮੁਖ ਪ੍ਰਸੰਨ ਰਹਿ ਬਿਖਸਿਓ ਸਦਾ। ਹਮੇਸ਼ਾ ਹੀ ਉਹਨਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ, ਚਿਹਰੇ ਤੇ ਹਮੇਸ਼ਾ ਪ੍ਰਸੰਨਤਾ ਹੈ। ਤੇ ਸੰਗਤ ਦੇ ਵਿੱਚ, ਜਿੱਥੇ ਸੰਗਤ ਦੇ ਵਿੱਚ ਧੀਰਮਲ ਇੱਕ ਈਰਖਾਲੂ, ਇੱਕ ਗੁੱਸੈਲ ਤੇ ਹੰਕਾਰੀ ਮੰਨਿਆ ਜਾਂਦਾ ਹੈ, ਉੱਥੇ ਦੂਸਰੇ ਪਾਸੇ ਹਰਿ ਰਾਇ ਸਾਹਿਬ ਜੀ ਛੋਟੇ ਬਾਲਕ, ਉਹਨਾਂ ਦਾ ਬਹੁਤ ਵਿੱਚ ਸੰਗਤਾਂ ਦੇ ਵਿੱਚ ਬਹੁਤ ਵੱਡਾ ਮਾਨ ਹੈ। ਧੀਰਜ ਸਹਿਤ ਗਹੀਰ ਸੋਇਦਾ। ਔਰ ਉਹਨਾਂ ਦੇ ਅੰਦਰ ਬਹੁਤ ਵੱਡਾ ਧੀਰਜ ਹੈ। ਧੀਰਜ ਸਹਿਤ ਗਹੀਰ ਸੁਰਿਦਾ। ਔਰ ਬੜੇ ਡੂੰਘੇ ਤੇ ਵਿਸ਼ਾਲ ਹਿਰਦੇ ਦੇ ਮਾਲਕ ਹਨ ਤੇ ਬਹੁਤ ਵੱਡੀ ਸੋਚ ਰੱਖਣ ਵਾਲੇ ਹਨ। ਸਭ ਸੋ ਬੋਲਤ ਮਿਰਦੁਲ ਸੁਭਾਉ। ਤੇ ਕੋਈ ਵੀ ਆ ਕੇ ਉਹਨਾਂ ਨੂੰ ਮਿਲਦਾ ਹੈ, ਕਿਸੇ ਨੂੰ ਵੀ ਉਹ ਮਿਲਣ ਤੇ ਬੜੇ ਮਿੱਠੇ ਸੁਭਾਅ ਦੇ ਨਾਲ, ਬੜੇ ਸੋਹਣੇ ਢੰਗ ਦੇ ਨਾਲ ਸੰਗਤਾਂ ਦਾ ਉਹ ਮਾਣ ਸਤਿਕਾਰ ਹਮੇਸ਼ਾ ਹੀ ਸ੍ਰੀ ਹਰਿ ਰਾਇ ਸਾਹਿਬ ਜੀ ਕਰਦੇ ਹਨ। ਸਰਿਆਤ ਖੁਦ ਕਰਤ ਅਨਕਾਉ। ਔਰ ਉਹਨਾਂ ਨੇ ਕਦੇ ਵੀ ਮੰਦੀ ਮੱਤ ਜਿਹੜੀ ਹੈ ਜਾਂ ਆਪਣੇ ਮਨ ਦੀ ਜਿਹੜੀ ਮੱਤ ਹੈ ਉਹ ਕਦੇ ਗ੍ਰਹਿਣ ਨਹੀਂ ਕੀਤੀ। ਮੱਤ ਸਰ ਆਪਣੇ ਮਨ ਦੇ ਪਿੱਛੇ ਨਹੀਂ ਲੱਗਦੇ। ਇਹ ਸਤਿਗੁਰੂ ਜੀ ਤੁਹਾਡੀ ਆਗਿਆ ਦੇ ਵਿੱਚ ਰਹਿੰਦੇ ਹਨ। ਜਿਸ ਤਰ੍ਹਾਂ ਧੀਰਮਲ ਜੋ ਮਨ ਦੇ ਵਿੱਚ ਆਉਂਦਾ ਹੈ ਉਹੀ ਕਰਦਾ ਹੈ, ਪਰ ਇਹ ਸ੍ਰੀ ਹਰਿ ਰਾਇ ਸਾਹਿਬ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਸ ਮੁਤਾਬਕ ਚੱਲਦੇ ਹਨ। ਆਦ ਕੋ ਤਰਕ ਨਾ ਕਾਊ। ਕਹਿਣ ਲੱਗੇ ਕਿਸੇ ਤਰ੍ਹਾਂ ਦਾ ਉਹਨਾਂ ਦੇ ਅੰਦਰ ਕੋਈ ਤਰਕ ਨਹੀਂ ਹੈ, ਕੋਈ ਸਵਾਲ ਨਹੀਂ ਹੈ, ਕੋਈ ਪ੍ਰਸ਼ਨ ਨਹੀਂ ਹੈ। ਜੋ ਤੁਹਾਡਾ ਹੁਕਮ ਹੁੰਦਾ ਹੈ ਸਤ ਵਚਨ ਕਰਕੇ ਉਹ ਚੱਲ ਪੈਂਦੇ ਹਨ। ਕੋਈ ਅਪੀਲ ਨਹੀਂ ਕਰਦੇ, ਕੋਈ ਦਲੀਲ ਨਹੀਂ ਕਰਦੇ। ਇਸ ਕਰਕੇ ਇਹ ਪਾਤਸ਼ਾਹ ਸ੍ਰੀ ਹਰਿ ਰਾਇ ਸਾਹਿਬ ਜੀ ਦੇ ਅੰਦਰ ਵੱਡੇ ਗੁਣ ਹਨ। ਸਤਿਗੁਰੂ ਦੋਨੋਂ ਸਮਝਾਏ। ਔਰ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਭਾਨਾ ਜੀ ਔਰ ਰਾਏ ਜੋਧ ਸ਼ਾਹ ਦੋਨਾਂ ਨੂੰ ਪਿਆਰ ਸਹਿਤ ਸਮਝਾਇਆ ਹੈ। ਵਡਿਆਈ ਉਦਤ ਸਹਾਏ। ਕਹਿਣ ਲੱਗੇ ਕਿ ਇਹ ਜਿਹੜੀ ਵਡਿਆਈ ਹੈ, ਇਹ ਜਿਹੜੀ ਜ਼ਿੰਮੇਵਾਰੀ ਹੈ, ਇਹ ਗੁਨਾਹ ਕਰਕੇ ਜਿਹੜਾ ਸੰਭਾਲਣ ਦੇ ਯੋਗ ਹੋਵੇ ਉਹਨੂੰ ਹੀ ਬਣਦੀ ਹੈ। ਸਭ ਕੁਟੰਬ ਦੇ ਇਨਦੇ ਭਾਗ। ਤੇ ਸਾਰੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਚੰਗੇ ਭਾਗ ਹਨ। ਸਭ ਕੁਟੰਬ ਤੇ ਇਨਕੇ ਭਾਗ, ਇਹਨਾਂ ਦੇ ਕਰਮ, ਇਹਨਾਂ ਦੇ ਭਾਗ ਚੰਗੇ ਹਨ। ਔਰ ਇਸ ਕਰਕੇ ਇਤਨੇ ਗੁਨਾਹ ਦੇ ਸ੍ਰੀ ਹਰਿ ਰਾਇ ਸਾਹਿਬ ਜੀ ਮਾਲਕ ਹਨ। ਜਾਣੇ ਪਰੇ ਬੜੇ ਅਬ ਜਾਗ। ਔਰ ਹੁਣ ਸੰਸਾਰ ਦੇ ਵਿੱਚ ਜਾਗ ਪਏ ਹਨ ਭਾਗ। ਕਹਿਣ ਤੋਂ ਭਾਵ ਬਹੁਤ ਵੱਡੀ ਮਹਿਮਾ, ਵਡਿਆਈ ਸ੍ਰੀ ਹਰਿ ਰਾਇ ਸਾਹਿਬ ਜੀ ਦੀ ਹੋ ਰਹੀ ਹੈ। ਇਤਿਹਾਸ ਦੇ ਵਿੱਚ ਜਦੋਂ ਆਪਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਦੇ ਬਚਪਨ ਦੇ ਬਾਲ ਅਵਸਥਾ ਦੇ ਬਾਰੇ ਵੀ ਪੜ੍ਹਦੇ ਹਾਂ ਤੇ ਇੱਥੋਂ ਤੱਕ ਜ਼ਿਕਰ ਮਿਲਦਾ ਹੈ ਕਿ ਆਪਣੇ ਪਿਤਾ ਔਰ ਆਪਣੇ ਦਾਦਾ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਦੇ ਵਿੱਚ ਇਤਨਾ ਜ਼ਿਆਦਾ ਚੱਲਦੇ ਹਨ ਕਿ ਇੱਕ ਵਾਰੀ ਚੱਲਦਿਆਂ ਹੋਇਆਂ ਇੱਕ ਫੁੱਲ ਨੂੰ ਵੀ ਚੋਲਾ ਵੱਜ ਕੇ ਤੇ ਫੁੱਲ ਡਿੱਗ ਗਿਆ ਸੀ ਧਰਤੀ ਤੇ।
ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖ ਲਿਆ, ਕੋਲ ਸੱਦ ਲਿਆ ਸੀਗਾ। ਹੇ ਬੱਚੇ, ਹੇ ਸੁਪੁੱਤਰ, ਸੰਸਾਰ ਦੇ ਵਿੱਚ ਇਸ ਢੰਗ ਦੇ ਨਾਲ ਰਹੋ ਕਿ ਤੁਹਾਡੇ ਰਹਿਣ ਦੇ ਨਾਲ ਇੱਕ ਬ੍ਰਿਸ਼ ਦਾ, ਇੱਕ ਬਨਸਪਤੀ ਦਾ, ਇੱਕ ਪੱਤੇ ਦਾ ਵੀ ਨੁਕਸਾਨ ਨਾ ਹੋਵੇ, ਇੱਕ ਫੁੱਲ ਦਾ ਵੀ ਨੁਕਸਾਨ ਨਾ ਹੋਵੇ। ਬਲਿਹਾਰੀ ਕੁਦਰਤ ਵਸਿਆ, ਪਰਮਾਤਮਾ ਕੁਦਰਤ ਦੇ ਵਿੱਚ ਹੈ, ਪਰਮਾਤਮਾ ਜਰੇ ਜਰੇ ਦੇ ਵਿੱਚ ਸਭਾਈਮਾਨ ਹੈ। ਇਸ ਕਰਕੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਇਹ ਬਚਨ ਹੈ ਕਿ ਹੇ ਬੱਚੇ, ਸਤਿਗੁਰਾਂ ਨੇ ਇਹ ਬਚਨ ਕੀਤਾ, ਦਾਮਨ ਨੂੰ ਸੰਕੋਚ ਚੱਲੋ ਬਾਲਕ। ਹੇ ਬਾਲਕ, ਸੰਸਾਰ ਦੇ ਵਿੱਚ ਰਹੀਏ ਨਾ ਤੇ ਆਪਣਾ ਪਹਿਰਾਵਾ ਵੀ ਸੰਭਾਲ ਕੇ ਚੱਲੋ, ਕਿਤੇ ਇਹਦੇ ਨਾਲ ਖਹਿ ਕੇ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਇੰਨੇ ਧਿਆਨ ਸਹਿਤ ਸੰਸਾਰ ਦੇ ਵਿੱਚ ਵਿਚਰੋ। ਇਹ ਜਿਹੜੀ ਕੁਦਰਤ ਹੈ ਇਹਦਾ ਵੀ ਸਤਿਕਾਰ ਕਰਨਾ ਹੈ, ਇਹਦਾ ਵੀ ਖਿਆਲ ਰੱਖਣਾ ਹੈ। ਔਰ ਫਿਰ ਇਹ ਜਿਹੜਾ ਛੋਟਾ ਜਿਹਾ ਬਚਨ ਸੀਗਾ ਕਦੇ ਦਾਦਾ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਇਹ ਵੀ ਇਤਨੀ ਧਿਆਨ ਦੇ ਨਾਲ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਜ਼ਿਕਰ ਮਿਲਦਾ ਹੈ ਕਿ ਬਾਲਕ ਹਰਿ ਰਾਏ ਸਾਹਿਬ ਜੀ ਛੋਟੀ ਜੀ ਉਮਰ ਤੋਂ ਹੀ ਆਪਣਾ, ਜਦੋਂ ਉਹ ਕਿਤੇ ਚੱਲਦੇ ਸਨ ਤੇ ਆਪਣੇ ਚੋਲੇ ਦੀਆਂ ਦੋਵੇਂ ਕੰਨੀਆਂ ਹੱਥ ਦੇ ਵਿੱਚ ਪਕੜ ਲੈਂਦੇ ਸਨ। ਜਦੋਂ ਉਹਨਾਂ ਨੇ ਚੱਲਣਾ ਕਿਤੇ ਤੇ ਇੰਨਾ ਬਚਨ ਆਪਣੇ ਪਿਤਾ ਜੀ ਦਾ ਪੱਲੇ ਬੰਨ੍ਹ ਲਿਆ ਕਿ ਸਾਰੀ ਜ਼ਿੰਦਗੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਬੜੇ ਧਿਆਨ ਦੇ ਸਹਿਤ ਉਹ ਵਿਚਰੇ। ਤੇ ਕਦੇ ਵੀ ਇੱਥੋਂ ਤੱਕ ਕਿ ਜ਼ਿੰਦਗੀ ਦੇ ਵਿੱਚ ਬਾਅਦ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਦਵਾਈ ਖਾਨਾ ਬਣਾਇਆ ਤੇ ਦਵਾਈ ਖਾਨੇ ਦੇ ਵਿੱਚ ਜਿੱਥੇ ਉਹਨਾਂ ਨੇ ਵੱਖਰੇ ਬਾਗ ਲਾਏ, ਜੜੀਆਂ ਬੂਟੀਆਂ ਤਿਆਰ ਕੀਤੀਆਂ, ਉੱਥੇ ਨਾਲ ਹੀ ਇੱਕ ਦਵਾਈ ਖਾਨਾ ਖੋਲ੍ਹਿਆ ਤੇ ਜੰਗਲਾਂ ਦੇ ਵਿੱਚੋਂ ਜੇ ਕਿਤੇ ਪਸ਼ੂ ਪੰਛੀ ਕੋਈ ਬਿਮਾਰ, ਕੋਈ ਜ਼ਖਮੀ ਵੀ ਮਿਲ ਜਾਂਦਾ ਹੈ, ਉਹਨੂੰ ਵੀ ਚੁੱਕ ਕੇ ਲਿਆ ਕਰਕੇ ਤੇ ਬਾਲਕ ਹਰਿ ਰਾਏ ਸਾਹਿਬ ਜੀ ਉਹਦਾ ਵੀ ਇਲਾਜ ਕਰਦੇ ਹਨ। ਇਤਨੇ ਦਿਆਲੂ, ਇਤਨੇ ਮਿੱਠੇ ਤੇ ਇੰਨੇ ਨਿਮਰਤਾ ਵਾਲੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਗੁਣ ਮਿਲਦੇ ਹਨ ਔਰ ਇਤਨੇ ਆਗਿਆਕਾਰੀ ਹਨ। ਤੇ ਇੱਥੇ ਆਪਾਂ ਬਚਨ ਪੜ੍ਹ ਰਹੇ ਸੀ, ਕਹਿਣ ਲੱਗੇ ਕਿ ਸਹਿਬ ਪਾਤਸ਼ਾਹ ਜਾਣੇ ਪਰੇ ਵੱਡੇ ਅਬ ਜਾਗ, ਕਿ ਵੱਡੇ ਭਾਗ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੋਇਆ ਜਾਗ ਪਏ ਹਨ। ਇਹਨਾਂ ਨੂੰ ਹੀ ਸ਼ਾਇਦ ਕੁਦਰਤ ਨੇ, ਪਰਮਾਤਮਾ ਨੇ, ਅਕਾਲ ਪੁਰਖ ਨੇ ਵਡਿਆਈ ਬਖਸ਼ਣੀ ਹੈ। ਔਰ ਵੱਡੇ ਗੁਰੂਆਂ ਦੇ ਨਾਲ ਤਾਂ ਧੀਰ ਮੱਲ ਦੇ ਵਾਂਗ ਜਿਹੜਾ ਪ੍ਰਿਥੀ ਚੰਦ ਹੈ ਉਹ ਵੀ ਚੱਲਿਆ ਸੀਗਾ। ਪ੍ਰਿਥੀ ਚੰਦ ਆਪਣੇ ਪਿਤਾ ਗੁਰੂ ਰਾਮਦਾਸ ਜੀ ਔਰ ਆਪਣੇ ਭਰਾ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦਾ ਰਿਹਾ ਪ੍ਰਿਥੀ ਚੰਦ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਕਿ ਭਾਈ ਦੇਖੋ, ਸਹਿਬ ਪਾਤਸ਼ਾਹ ਵੱਡੇ ਗੁਰਨ ਸੰਗ ਪ੍ਰਿਥੀਆ ਦਵੈਸ਼ੀ, ਵੱਡੇ ਗੁਰੂ ਸਾਹਿਬਾਨਾਂ ਦੇ ਨਾਲ ਪ੍ਰਿਥੀ ਚੰਦ ਹਮੇਸ਼ਾ ਈਰਖਾ ਕਰਦਾ ਰਿਹਾ ਹੈ ਤੇ ਗੁਰਤਾ ਗੱਦੀ ਕਿਸੇ ਨਾ ਕਿਸੇ ਢੰਗ ਦੇ ਨਾਲ ਮੇਰੇ ਕੋਲ ਆ ਜਾਏ, ਇਸ ਵਾਸਤੇ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚਦਾ ਰਿਹਾ ਹੈ। ਕਦੇ ਜਹਾਂਗੀਰ ਬਾਦਸ਼ਾਹ ਦੇ ਨਾਲ ਸੁਲਾਹ ਕਰਦਾ ਰਿਹਾ, ਕਦੇ ਕੋਈ ਢੰਗ, ਕਦੇ ਸੰਗਤਾਂ ਨੂੰ, ਕਦੇ ਮਸੰਦਾਂ ਨੂੰ ਆਪਣੇ ਨਾਲ ਜੋੜਦਾ ਰਿਹਾ ਹੈ। ਪਰ ਜਿਹੜਾ ਇਹ ਮਾਣ ਸਤਿਕਾਰ ਹੈ ਇਹ ਤਾਂ ਧੁਰ ਦਰਗਾਹ, ਜਿਸ ਉੱਪਰ ਅਕਾਲ ਪੁਰਖ ਦੀ ਪ੍ਰਸੰਨਤਾ ਹੋਵੇ ਉਹਨਾਂ ਨੂੰ ਹੀ ਹਮੇਸ਼ਾ ਪ੍ਰਾਪਤ ਹੁੰਦਾ ਰਿਹਾ ਹੈ। ਔਰ ਕਦੇ ਵੀ ਸੁਧਰਿਆ ਨਹੀਂ ਹੈ ਔਰ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਵੱਡੀ ਉਮਰ ਬਤੀਤ ਕੀਤੀ ਹੈ। ਨਹਿ ਸੁਧਰਿਓ ਬੈ ਬਿਤੀ ਅਸੇਸੀ, ਵੱਡੀ ਵਿਸ਼ੇਸ਼ ਉਮਰ ਪ੍ਰਿਥੀ ਚੰਦ ਨੇ ਬਤੀਤ ਕੀਤੀ ਹੈ ਪਰ ਸਾਰੀ ਜ਼ਿੰਦਗੀ ਹੱਥ ਦੇ ਵਿੱਚ ਤਾਂ ਵੀ ਕੁਛ ਨਹੀਂ ਆਇਆ ਹੈ। ਔਰ ਪ੍ਰਿਥੀ ਚੰਦ ਦੇ ਵਾਂਗ ਹੀ ਧੀਰ ਮੱਲ ਨੇ ਆਪਣੇ ਦਿਮਾਗ ਦੇ ਨਾਲ, ਸਾਜ਼ਿਸ਼ਾਂ ਦੇ ਨਾਲ, ਆਪਣੇ ਢੰਗ ਤਰੀਕਿਆਂ ਦੇ ਨਾਲ ਇਹ ਸਾਰਾ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਕਿ ਇਸ ਢੰਗ ਦੇ ਨਾਲ ਸ਼ਾਇਦ ਮੇਰਾ ਬਹੁਤ ਵੱਡਾ ਸਤਿਕਾਰ ਹੋ ਜਾਏਗਾ, ਸੰਗਤ ਮੇਰੇ ਨਾਲ ਜੁੜ ਜਾਏਗੀ, ਮੈਨੂੰ ਗੁਰੂਆਂ ਦੀ ਤਰ੍ਹਾਂ ਪੂਜਿਆ ਜਾਏਗਾ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਫਿਰ ਬਚਨ ਕੀਤਾ ਹੈ, ਕਹਿਣ ਲੱਗੇ ਤਥਾ ਧੀਰ ਮੱਲ ਮਤ ਸਰ ਧਰ ਧਰ। ਧੀਰ ਮੱਲ ਨੇ ਵੀ ਪ੍ਰਿਥੀ ਚੰਦ ਵਾਂਗ ਆਪਣੀ ਮਨ ਦੀ ਖੋਟੀ ਮੱਤ ਜਿਹੜੀ ਹੈ ਉਹ ਗ੍ਰਹਿਣ ਕੀਤੀ ਹੋਈ ਹੈ। ਪਰ ਧੀਰਜ ਤੋਂ ਰਹਿਤ
ਈਰਖਾ ਦੀ ਅੱਗ ਦੇ ਵਿੱਚ ਸੜ ਸੜ ਕੇ ਇਹ ਮਰੇਗਾ, ਹੱਥ ਦੇ ਵਿੱਚ ਕੁਝ ਨਹੀਂ ਆਏਗਾ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਰ ਦਿੱਤਾ, ਖੋਟੀ ਮੱਤ ਧਾਰਨ ਕੀਤੀ ਹੈ ਔਰ ਇਸ ਤਰ੍ਹਾਂ ਕਦੇ ਵੀ ਗੁਰੂ ਕੇ ਚਰਨਾਂ ਦੇ ਵਿੱਚੋਂ ਕਿਸੇ ਨੂੰ ਕੁਝ ਨਹੀਂ ਪ੍ਰਾਪਤ ਹੋਇਆ ਹੈ। ਇਸੀ ਬਨੰਦ ਕੋਟ ਕੋ ਦੋਵੇ। ਔਰ ਕਹਿਣ ਲੱਗੇ ਇਸੇ ਤਰ੍ਹਾਂ ਪ੍ਰਿਥੀ ਚੰਦ ਦੇ ਵਾਂਗ ਹੀ ਧੀਰਮਲ ਦਾ ਵੀ ਉਹੀ ਰਸਤਾ ਹੈ। ਇਸੇ ਤਰ੍ਹਾਂ ਵੀ ਇਹ ਵੀ ਹੁਣ ਸੰਸਾਰ ਦੇ ਵਿੱਚ ਖੋਟ ਧਾਰਨ ਕਰਕੇ ਹੀ ਵਿਚਰੇਗਾ। ਔਰ ਪ੍ਰਿਥੀ ਚੰਦ ਜਿਸ ਤਰ੍ਹਾਂ ਸਾਰੀ ਉਮਰ ਵੱਖਰਾ ਹੀ ਚੱਲਿਆ, ਵੱਖਰੇ ਹੀ ਢੰਗ ਤਰੀਕੇ ਨਾਲ ਰਿਹਾ ਤੇ ਆਪਣੀਆਂ ਮਨ ਦੀਆਂ ਮਰਜ਼ੀਆਂ ਕਰਦਾ ਰਿਹਾ, ਇਸੇ ਤਰ੍ਹਾਂ ਧੀਰਮਲ ਵੀ ਇਸੇ ਤਰ੍ਹਾਂ ਹੀ ਚੱਲੇਗਾ। ਗੁਰੂ ਘਰ ਤੋਂ ਨਿਆਰਾ ਵੱਖਰਾ ਹੀ ਰਹੇਗਾ। ਅਕਾਲ ਪੁਰਖ ਨੂੰ, ਪਰਮਾਤਮਾ ਨੂੰ, ਕਰਤੇ ਨੂੰ ਇਸੇ ਤਰ੍ਹਾਂ ਪਾਉਂਦਾ ਹੈ, ਇਸੇ ਤਰ੍ਹਾਂ ਹੀ ਚੰਗਾ ਲੱਗਦਾ ਹੈ। ਔਰ ਸਾਰਿਆਂ ਦੇ ਵਿੱਚੋਂ ਸਭ ਮੈਂ ਹਰ ਰਾਏ ਵਡਿਆਵੇ। ਸ਼ਾਇਦ ਮਾਲਕ ਵੀ ਸ਼੍ਰੀ ਹਰਿ ਸਾਹਿਬ ਜੀ ਨੂੰ ਵਡਿਆਈ ਦੇਣਾ ਚਾਹੁੰਦਾ ਹੈ, ਕਰਤੇ ਨੂੰ ਇਹ ਪਾਉਂਦਾ ਹੈ, ਤਾਂ ਇਹ ਸਾਰੀ ਖੇਡ ਬਣੀ ਹੈ। ਅਸਲ ਦੇ ਵਿੱਚ ਮਨੁੱਖ ਦੇ ਕੁਛ ਵੀ ਹੱਥ ਨਹੀਂ ਹੈ। ਇਹ ਖੋਟੀ ਜਿਹੜੀ ਮੱਤ ਹੈ ਉਹ ਹੀ ਬੰਦੇ ਨੂੰ ਖਿੱਚ ਕੇ ਪਾਸੇ ਲੈ ਜਾਂਦੀ ਹੈ। ਇਹ ਜਿਹੜੇ ਕਰਮ ਹਨ ਇਹ ਹੀ ਬੰਦੇ ਨੂੰ ਮਾਲਕ ਦੇ ਨੇੜੇ ਕਰਦੇ ਹਨ ਤੇ ਦੂਰ ਕਰਦੇ ਹਨ। ਇਹ ਖੋਟੇ ਕਰਮ ਇਸੇ ਕਰਕੇ ਹੀ ਧੀਰਮਲ ਨੇ ਧਾਰਨ ਕੀਤੇ ਹਨ ਕਿ ਉਹ ਗੁਰੂ ਘਰ ਤੋਂ ਦੂਰ ਹੋਇਆ ਹੈ। ਇਹ ਮਾਲਕ ਨੂੰ ਜੋ ਪਾਉਂਦਾ ਹੈ ਉਸੇ ਤਰ੍ਹਾਂ ਹੋ ਰਿਹਾ ਹੈ। ਔਰ ਸਾਰਾ ਕੁਛ ਕਰਨ ਕਰਾਉਣ ਵਾਲਾ ਤਾਂ ਅਕਾਲ ਪੁਰਖ ਜਗਤ ਦਾ ਜਿਹੜਾ ਨਾਥ ਉਹ ਹੈ। ਔਰ ਅੱਜ ਵੱਡਾ ਦਰਬਾਰ ਸਜੇਗਾ ਤੇ ਸਾਰੇ ਆਪਾਂ ਸਭਾ ਦੇ ਵਿੱਚ ਵੱਡੀ ਸਭਾ ਲਗਾ ਕਰਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਸੰਗਤਾਂ ਨੂੰ ਬੈਠਾਂਗੇ। ਔਰ ਸੰਗਤਾਂ ਨੇ ਵੀ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਹੁਣ ਸ਼੍ਰੀ ਹਰਿ ਸਾਹਿਬ ਜੀ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਾਬਾ ਧੀਰਮਲ ਵਾਸਤੇ ਦਸਤਾਰ ਭੇਜਣੀ ਸ਼ੁਭਦੀ ਨਹੀਂ ਹੈ, ਉਹ ਗੁਣੀ ਨਹੀਂ ਹੈ। ਤੇ ਜਿਹੜਾ ਆਗਿਆਕਾਰੀ ਸਪੁੱਤਰ ਸ਼੍ਰੀ ਹਰਿ ਸਾਹਿਬ ਜੀ ਹਨ, ਉਮਰ ਕਰਕੇ ਭਾਵੇਂ ਛੋਟੇ ਪਰ ਇਹਨਾਂ ਨੂੰ ਦਸਤਾਰ ਦੇਣੀ ਹੀ ਬਣਦੀ ਹੈ। ਔਰ ਸਾਰਿਆਂ ਦੇ ਵਿੱਚ ਇਹਨਾਂ ਦੀ ਵਡਿਆਈ ਹੈ ਔਰ ਅੱਜ ਪ੍ਰਗਟ ਹੋਵੇਗੀ। ਔਰ ਇਤਨੇ ਦੇ ਵਿੱਚ ਇੱਕ ਰਾਤ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਜ਼ਾਰ ਕੇ ਧੀਰਮਲ ਦੇ ਕੋਲ ਰੁਕ ਕੇ ਗੁਰੂ ਅੰਗਦ ਸਾਹਿਬ ਜੀ ਦਾ ਪਰਿਵਾਰ ਭੱਲਿਆਂ ਦੇ ਵਿੱਚੋਂ ਤੇ ਤਰੇੜਾਂ ਦੇ ਵਿੱਚੋਂ ਜਿਹੜੇ ਲੋਕ ਪਰਿਵਾਰ ਇਕੱਠੇ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਰਹੇ ਸਨ। ਇੱਕ ਰਾਤ ਕਰਤਾਰਪੁਰ ਧੀਰਮਲ ਦੇ ਕੋਲ ਖਲੋ ਕਰਕੇ ਤੇ ਗੁਰੂ ਕੇ ਚਰਨਾਂ ਦੇ ਵਿੱਚ ਹੁਣ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਪਹੁੰਚ ਗਏ ਹਨ। ਤੇ ਬੜੇ ਅਦਬ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਕੋਲ ਇਹਨਾਂ ਨੂੰ ਬਿਠਾਇਆ ਹੈ। ਔਰ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਭਾਈ ਤੁਹਾਡੇ ਨਾਲ ਬਾਬਾ ਦਾਤੂ ਜੀ ਦੇ ਜਿਹੜੇ ਸਪੁੱਤਰ ਸਨ ਉਹ ਕਿਉਂ ਨਹੀਂ ਪਹੁੰਚੇ ਹਨ ਤੇ ਕਿਹੜੇ ਕੰਮ ਦੇ ਵਿੱਚ ਉਹ ਮਸਤ ਹਨ, ਕਿੱਥੇ ਰੁਕ ਗਏ, ਕਿੱਥੇ ਰਹਿ ਗਏ ਹਨ, ਉਹ ਕਿਉਂ ਨਹੀਂ ਆਏ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਕਿਉਂਕਿ ਧੀਰਮਲ ਦੀ ਪ੍ਰੇਰਨਾ ਦੇ ਨਾਲ ਰਸਤੇ ਦੇ ਵਿੱਚ ਹੀ ਬਾਬਾ ਦਾਤੂ ਜੀ ਦੇ ਸਤਿਕਾਰਯੋਗ ਸਪੁੱਤਰ ਜੀ ਰੁਕ ਗਏ ਹਨ, ਜਿਹੜੇ ਤਰੇਣ ਪਰਿਵਾਰ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਦੀ ਕੁਲ ਦੇ ਵਿੱਚੋਂ ਹਨ। ਧੀਰਮਲ ਨੇ ਕਈ ਤਰ੍ਹਾਂ ਦੇ ਲਾਲਚ ਦੇ ਕਰਕੇ ਰਾਤ ਵੇਲੇ ਰੁਕਿਆ ਹੋਇਆਂ ਨੂੰ ਮਨਾ ਕੇ ਆਪਣੇ ਪੱਖ ਦੇ ਵਿੱਚ ਕਰ ਲਿਆ ਹੈ। ਤੇ ਸਤਿਗੁਰਾਂ ਨੇ ਪੁੱਛਿਆ ਕਿ ਭਾਈ ਕਿਉਂ ਨਹੀਂ ਪਹੁੰਚੇ ਹਨ। ਤੇ ਸਤਿਗੁਰਾਂ ਤੋਂ ਬਚਨ ਸੁਣ ਕੇ ਸਾਰੀ ਸੰਗਤ ਵਿੱਚ ਫਿਰ ਗੁਰੂ ਅਮਰਦਾਸ ਜੀ ਦੇ ਪਰਿਵਾਰ ਨੇ ਦੱਸਿਆ ਹੈ। ਹੇ ਪਾਤਸ਼ਾਹ, ਧੀਰਮਲ ਵਾਰ-ਵਾਰ ਹਟਾਉਣ ਦਾ ਕਈਆਂ ਨੂੰ ਯਤਨ ਕਰਦਾ ਹੈ। ਸਾਨੂੰ ਵੀ ਸਤਿਗੁਰੂ ਜੀ ਸਮਝਾਇਆ, ਬੜੀ ਪ੍ਰੇਰਨਾ ਦਿੱਤੀ ਹੈ। ਧੀਰਮਲ ਜਿਮ ਚਾਹਤ ਹਟਾਵਾ, ਤੇ ਧੀਰਮਲ ਜਿਵੇਂ ਚਾਹੁੰਦਾ ਸੀਗਾ ਉਸ ਨੇ ਬਾਬਾ ਦਾਤੂ ਜੀ ਦੇ ਸਪੁੱਤਰ ਨੂੰ ਹਟਾ ਲਿਆ, ਰੋਕ ਲਿਆ ਹੈ।
ਜਾਣ ਤੇ ਲੀਨਾ। ਸਾਨੂੰ ਵੀ ਧੀਰਮਲ ਨੇ ਬੜਾ ਸਮਝਾਇਆ, ਕਈ ਤਰ੍ਹਾਂ ਦੇ ਲਾਲਚ ਦਿੱਤੇ, ਆਪਣੇ ਪੱਖ ਦੇ ਵਿੱਚ ਕਰਨ ਦਾ ਯਤਨ ਕੀਤਾ, ਪਰ ਅਸੀਂ ਇਹ ਸਾਰਾ ਕੁਝ ਜਾਣ ਗਏ, ਉਹਦੀ ਕਪਟ ਨੂੰ ਬੁੱਝ ਗਏ ਸੀਗੇ। ਕਯੋ ਬਹੁਤ ਨੇ ਮਾਨਿਓ ਚੀਨਾ। ਉਹਨੇ ਬੜਾ ਕੁਝ ਕਿਹਾ, ਪਰ ਅਸੀਂ ਸੱਚ ਜਾਣਦੇ ਸੀਗੇ, ਇਸ ਕਰਕੇ ਅਸੀਂ ਧੀਰਮਲ ਦੀਆਂ ਗੱਲਾਂ ਦੇ ਵਿੱਚ ਨਹੀਂ ਫਸੇ ਹਾਂ। ਜਿਸ ਮੈਂ ਦਾਤ ਸੁਧ ਸਮਝਾਇਓ। ਔਰ ਰਾਤ ਵੇਲੇ ਲੰਮਾ ਸਮਾਂ ਲਾ ਕਰਕੇ, ਕਈ ਤਰ੍ਹਾਂ ਦੇ ਲਾਲਚ ਦੇ ਕਰਕੇ, ਗੁੰਮਰਾਹ ਕਰਕੇ, ਤੇ ਸਤਿਕਾਰਯੋਗ ਬਾਬਾ ਦਾਤੂ ਜੀ ਦੇ ਸਪੁੱਤਰ ਨੂੰ ਉਹਨੇ ਸਮਝਾ ਲਿਆ ਹੈ। ਚਤੁਰਾਈ ਛਲ ਸਾਧ ਹਟਾਇਓ। ਔਰ ਚਤੁਰਾਈ ਦੇ ਨਾਲ ਕਈ ਤਰ੍ਹਾਂ ਦੇ ਛਲ ਕਰਕੇ ਉਹਨੂੰ ਆਪਣੀ ਗੱਲਾਂ ਦੇ ਵਿੱਚ ਲੈ ਆਇਆ। ਕਹਿਣ ਲੱਗੇ ਚਤੁਰਾਈ ਛਲ ਸਾਥ ਹਟਾਇਓ, ਤੇ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ ਵੱਲ ਆ ਰਹੇ ਸਨ ਉਹਨਾਂ ਨੂੰ ਹਟਾ ਦਿੱਤਾ ਹੈ। ਨਿਸਮੈ ਨਿਤ ਆਪਨੋ ਰਾਖਿਓ ਤਹਾਂ। ਕਹਿਣ ਲੱਗੇ ਨਿਕਟ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ ਆਪਣੇ ਕੋਲ ਰੱਖ ਲਿਆ ਹੈ, ਨਿਕਟ ਆਪਣੇ ਰਾਖਿਓ ਤਾਂ। ਕਹਿਣ ਲੱਗੇ ਆਪਣੇ ਕੋਲ ਬਾਬਾ ਦਾਤੂ ਜੀ ਦੇ ਪਰਿਵਾਰ ਨੂੰ, ਬੱਚੇ ਨੂੰ ਰੱਖ ਲਿਆ ਹੈ। ਤੇ ਬਿਨ ਕੈ ਟਿਕ ਜਾਹੇ। ਔਰ ਉਸਨੇ ਫਿਰ ਕਿਹਾ ਹੈ, ਮੁਝ ਤੇ ਬਿਨ ਕਹਿ ਕੇ ਟਿਕ ਜਾਹੇ। ਬਾਬਾ ਧੀਰਮਲ ਨੇ ਕਈ ਤਰ੍ਹਾਂ ਦੇ ਬਚਨ ਕੀਤੇ ਹਨ ਕਿ ਭਾਈ ਮੈਨੂੰ ਛੱਡ ਕੇ ਮੁਝ ਤੇ ਬਿਨ ਕਹਿ ਕੇ ਟਿਕ ਜਾਹੇ। ਉੱਥੇ ਤੁਸੀਂ ਕੀ ਲੈਣ ਵਾਸਤੇ, ਕੀ ਕਰਨ ਵਾਸਤੇ ਜਾ ਰਹੇ ਹੋ? ਅਸਲ ਦੇ ਵਿੱਚ ਤੁਹਾਨੂੰ ਮੇਰੇ ਨਾਲ ਜੁੜਨਾ ਚਾਹੀਦਾ, ਮੇਰਾ ਸਾਥ ਦੇਣਾ ਚਾਹੀਦਾ ਹੈ, ਔਰ ਮੇਰੇ ਨਾਲ ਜੁੜੋ। ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਉਹਨੇ ਵਰਜਿਆ, ਸਮਝਾਇਆ ਹੈ। ਪੁੱਤਰ ਮੈਂ ਉਚਿਤ ਵਡਾਈ। ਮੈਂ ਬਾਬਾ ਗੁਰਦਿੱਤਾ ਜੀ ਦਾ ਵੱਡਾ ਸਪੁੱਤਰ ਹਾਂ। ਧੀਰਮਲ ਨੇ ਕਿਹਾ ਹੈ ਕਿ ਮੈਂ ਵੱਡਾ ਹਾਂ, ਇਸ ਕਰਕੇ ਕਹਿਣ ਲੱਗੇ ਕਿ ਵੱਡੋ ਪੁੱਤਰ ਨੂੰ ਮੈਂ ਉਚਿਤ ਵਡਾਈ। ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਜਿਹੜੀ ਵਡਿਆਈ ਹੈ ਉਹ ਵੱਡਾ ਮੈਂ ਆ, ਇਸ ਕਰਕੇ ਮੇਰੀ ਹੀ ਹੋਣੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਮੇਰੇ ਹੀ ਅੱਗੇ ਝੁਕਣਾ ਹੈ, ਮੇਰੇ ਹੀ ਦਾਸ ਬਣਨਾ ਹੈ, ਕਿਉਂਕਿ ਵੱਡਾ ਤਾਂ ਆਖਰ ਮੈਂ ਹੀ ਹਾਂ ਤੇ ਗੁਰੂ ਤਾਂ ਮੈਂ ਹੀ ਬਣਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਇਸ ਕਰਕੇ ਤੁਸੀਂ ਮੇਰੇ ਨਾਲ ਜੁੜੋ, ਮੇਰਾ ਸਾਥ ਦਿਓ। ਧੀਰਮਲ ਇਸ ਤਰ੍ਹਾਂ ਵਾਰ-ਵਾਰ ਸੰਗਤਾਂ ਨੂੰ ਕਹਿ ਰਿਹਾ ਹੈ। ਨਿਤ ਗ੍ਰੰਥ ਤੇ ਲਈ ਗੁਰਿਆਈ। ਔਰ ਆਪਣੇ ਕੋਲ ਪਵਿੱਤਰ ਅੰਮ੍ਰਿਤ ਬਾਣੀ ਦਾ ਗ੍ਰੰਥ ਰੱਖ ਕੇ ਸੰਗਤਾਂ ਨੂੰ ਗੁੰਮਰਾਹ ਕਰਦਾ ਹੈ, ਦਿਖਾਉਂਦਾ ਹੈ। ਆਹ ਭਾਈ ਦੇਖੋ, ਅੰਮ੍ਰਿਤ ਬਾਣੀ ਦਾ ਜਿਹੜਾ ਗ੍ਰੰਥ ਹੈ ਉਹ ਵੀ ਮੇਰੇ ਕੋਲ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਆਦਿ ਗ੍ਰੰਥ ਸਾਹਿਬ, ਅੰਮ੍ਰਿਤ ਗੁਰਬਾਣੀ ਵੀ ਮੇਰੇ ਕੋਲ ਹੀ ਹੈ। ਇਸ ਕਰਕੇ ਮੈਂ ਵੱਡਾ ਦਾਅਵੇਦਾਰ ਹਾਂ। ਇੱਕ ਤਾਂ ਮੈਂ ਵੱਡਾ ਹਾਂ, ਇੱਕ ਸ੍ਰੀ ਗ੍ਰੰਥ ਸਾਹਿਬ ਮੇਰੇ ਕੋਲ ਹੈ। ਗ੍ਰੰਥ ਪ੍ਰਤਾਪ ਸਾਥ ਮੈਂ ਪਾਈ। ਕਹਿਣ ਲੱਗੇ ਨਿਕਟ ਗ੍ਰੰਥ ਤੇ ਲਈ ਗੁਰਾਈ। ਜਿਨ੍ਹਾਂ ਦੇ ਕੋਲ ਵੀ ਅੰਮ੍ਰਿਤ ਬਾਣੀ ਰਹੀ ਹੈ ਉਹਨਾਂ ਉਹੀ ਸੰਸਾਰ ਦੇ ਵਿੱਚ ਗੁਰੂ ਪ੍ਰਗਟ ਹੋਏ ਹਨ। ਕਿਉਂਕਿ ਆਰੰਭ ਦੇ ਵਿੱਚ ਜਦੋਂ ਆਪਾਂ ਆਰੰਭਲਾ ਇਤਿਹਾਸ ਪੜ੍ਹਦੇ ਹਾਂ ਤੇ ਜਦੋਂ ਵੀ ਗੁਰਤਾ ਗੱਦੀ ਅਗਲੇ ਗੁਰੂ ਸਾਹਿਬਾਨਾਂ ਨੂੰ ਬਖਸ਼ਿਸ਼ ਹੁੰਦੀ ਰਹੀ ਹੈ, ਜਦੋਂ ਅਗਲੇ ਗੁਰੂ ਥਾਪੇ ਜਾਂਦੇ ਰਹੇ ਹਨ, ਤੇ ਅੰਮ੍ਰਿਤ ਬਾਣੀ ਜਿਹੜੀ ਪੋਥੀਆਂ ਦੇ ਰੂਪ ਦੇ ਵਿੱਚ ਵੀ ਸੀਗੀ, ਉਹ ਇੱਕ ਗੁਰੂ ਜਦੋਂ ਗੁਰੂ ਦੂਸਰੇ ਗੁਰੂ ਨੂੰ ਨਿਵਾਜਦੇ ਹਨ ਤੇ ਉਹਨਾਂ ਦੀ ਝੋਲੀ ਦੇ ਵਿੱਚ ਅੰਮ੍ਰਿਤ ਬਾਣੀ ਦੀਆਂ ਪੋਥੀਆਂ ਵੀ ਪਾ ਦਿੱਤੀਆਂ ਜਾਂਦੀਆਂ ਸਨ। ਔਰ ਜਦੋਂ ਫਿਰ ਦੂਸਰੇ ਗੁਰੂ ਸਾਹਿਬਾਨ ਤੀਸਰੇ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਦੇ ਹਨ, ਔਰ ਉਦੋਂ ਫਿਰ ਉਹ ਗੁਰੂ ਨਾਨਕ ਸਾਹਿਬ ਜੀ ਵਾਲੀ ਅੰਮ੍ਰਿਤ ਬਾਣੀ ਤੇ ਆਪਣੀ ਜਿਹੜੀ ਬਾਣੀ ਹੈ ਉਹ ਜਿਹੜੀਆਂ ਪੋਥੀਆਂ ਵੀ ਝੋਲੀ ਦੇ ਵਿੱਚ ਪਾਉਂਦੇ ਰਹੇ ਹਨ। 5 ਗੁਰੂ ਸਾਹਿਬਾਨਾਂ ਤੱਕ ਇਹ ਮਰਿਆਦਾ ਚੱਲਦੀ ਆਈ ਹੈ। ਕਹਿਣ ਤੋਂ ਭਾਵ ਕਿ ਜਿਨ੍ਹਾਂ ਦੇ ਕੋਲ ਅੰਮ੍ਰਿਤ ਬਾਣੀ ਹੋਵੇ ਉਹੀ ਗੁਰੂ ਬਣਦੇ ਆਏ ਹਨ। ਗੁਰਤਾ ਗੱਦੀ ਦਾ ਹੱਕਦਾਰ ਉਹ ਹੈ ਜਿਹਦੇ ਕੋਲ ਅੰਮ੍ਰਿਤ ਬਾਣੀ ਹੈ। ਇਸ ਕਰਕੇ ਧੀਰਮਲ ਸੰਗਤਾਂ ਨੂੰ ਗੁੰਮਰਾਹ ਕਰਦਾ ਹੈ। ਦੇਖੋ ਅੰਮ੍ਰਿਤ ਬਾਣੀ ਦਾ ਜਿਹੜਾ ਗ੍ਰੰਥ ਮੇਰੇ ਕੋਲ ਹੈ, ਆਹ ਦੇਖੋ ਗ੍ਰੰਥ ਮੇਰੇ ਕੋਲ ਹੈ ਤੇ ਵੱਡਾ ਵੀ ਮੈਂ ਹਾਂ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਵਡਿਆਈ ਹੋਣੀ ਹੈ, ਮੇਰੇ ਨਾਲ ਸਾਰਿਆਂ ਨੇ ਨਾਲ ਜੁੜਨਾ ਪੈਣਾ ਹੈ ਤੁਹਾਨੂੰ। ਇਸ ਕਰਕੇ ਹੁਣੇ ਹੀ ਤੁਸੀਂ ਮੇਰਾ ਸਾਥ ਦਿਓ ਜੀ। ਔਰ ਦਾਦਾ ਜੀ ਕਹਿਣ ਤੋਂ ਭਾਵ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਆਖਰਕਾਰ ਇਹ ਸਰੀਰ ਹੈ, ਸਰੀਰ ਨੇ ਵਿਨਸਣਾ ਹੈ, ਖਤਮ ਹੋਣਾ ਹੈ। ਤੇ ਇੱਕ ਦਿਨ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਸਰੀਰ ਛੱਡਣਾ ਹੈ। ਤੇ ਧੀਰਮਲ ਇਹ ਕਹਿੰਦਾ ਹੈ ਉਹਨਾਂ ਤੋਂ ਬਾਅਦ ਤਾਂ ਦਾਅਵੇਦਾਰ ਮੈਂ ਹੀ ਹਾਂ, ਉਹਨਾਂ ਤੋਂ ਬਾਅਦ ਤਾਂ ਗੁਰੂ ਮੈਂ ਹੀ ਬਣਨਾ ਹੈ। ਮੈਂ ਵੱਡਾ ਹਾਂ, ਅੰਮ੍ਰਿਤ ਬਾਣੀ ਮੇਰੇ ਕੋਲ ਹੈ
ਔਰ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਆਪਣੇ ਆਪ ਹੀ ਸਾਰਾ ਕੁਝ ਮੇਰਾ ਹੀ ਸੰਸਾਰ ਦੇ ਵਿੱਚ ਅਗਲੇ ਗੁਰੂ ਦੇ ਰੂਪ ਦੇ ਵਿੱਚ ਮੈਂ ਹੀ ਪ੍ਰਗਟ ਹੋਣਾ ਹੈ। ਔਰ ਮੈਂ ਫਿਰ ਗੁਰੂ ਬਣਾਂਗਾ ਤੇ ਆਪਣੇ ਆਪ ਨੂੰ ਪੁਜਵਾਵਾਂਗਾ, ਕਹਿਣ ਤੋਂ ਭਾਵ ਪੂਜਾ ਕਰਾਵਾਂਗਾ ਸਤਿਗੁਰਾਂ ਦੇ ਵਾਂਗ ਮੇਰੀ ਮੈਂ ਪੁਜਵਾਵੋ ਪੁੰਨ ਗੁਰ ਬਣ ਕੇ। ਬਾਅਦ ਵਿੱਚ ਮੈਂ ਗੁਰੂ ਬਣਾਂਗਾ ਤੇ ਤੁਸੀਂ ਮੇਰੀ ਹੀ ਪੂਜਾ ਕਰਨੀ ਹੈ। ਪਰ ਜੇ ਹੁਣ ਮੇਰਾ ਸਾਥ ਦਿਓਗੇ ਤੇ ਮੈਂ ਵੀ ਤੁਹਾਡੀ ਕਦਰ ਕਰਾਂਗਾ, ਮੈਂ ਵੀ ਤੁਹਾਡਾ ਖਿਆਲ ਰੱਖਾਂਗਾ। ਇਸ ਤਰ੍ਹਾਂ ਧੀਰਮਲ ਨੇ ਸਾਰੀ ਸੰਗਤ ਨੂੰ ਗੁੰਮਰਾਹ ਕੀਤਾ ਹੈ, ਆਪਣੇ ਨਾਲ ਜੋੜ ਰਿਹਾ ਹੈ, ਕਈ ਤਰ੍ਹਾਂ ਦੇ ਲਾਲਚ ਦੇ ਰਿਹਾ ਹੈ। ਕਹਿਣ ਲੱਗਾ ਮੈਨੂੰ ਕੌਣ ਹਟਾ ਸਕਦਾ ਹੈ, ਕੌਣ ਹਟਾਏ ਸਕੇ ਗੁਰ। ਕਹਿਣ ਲੱਗੇ ਕਿ ਭਾਈ ਇਹ ਜਿਹੜੀ ਗੁਰਤਾ ਗੱਦੀ ਹੈ, ਇੱਕ ਤਾਂ ਮੈਂ ਵੱਡਾ ਹਾਂ ਤੇ ਇੱਕ ਜਦੋਂ ਅੰਮ੍ਰਿਤ ਬਾਣੀ ਮੇਰੇ ਕੋਲ ਹੋਏਗੀ ਤੇ ਕੌਣ ਹਟਾ ਸਕਦਾ ਹੈ, ਮੇਰੇ ਤੋਂ ਬਿਨਾਂ ਕੌਣ ਦਾਵਾ ਕਰ ਸਕਦਾ ਹੈ। ਜਦੋਂ ਅੰਮ੍ਰਿਤ ਬਾਣੀ ਗ੍ਰੰਥ ਸਾਹਿਬ ਮੇਰੇ ਕੋਲ ਹੋਏਗਾ ਤੇ ਕੌਣ ਦਾਵਾ ਕਰ ਸਕਦਾ ਹੈ ਛੇਵੇਂ ਪਾਤਸ਼ਾਹ ਜੀ ਤੋਂ ਬਾਅਦ। ਇਸ ਤਰ੍ਹਾਂ ਦੀਆਂ ਗੱਲਾਂ ਧੀਰਮਲ ਕਰਦਾ ਹੈ। ਔਰ ਫਿਰ ਅੰਮ੍ਰਿਤ ਬਾਣੀ ਦੇ ਗ੍ਰੰਥ ਦੇ ਨਾਲ ਜਿੱਥੇ ਸੰਗਤਾਂ ਬਾਣੀ ਦੇ ਨਾਲ ਜੁੜੀਆਂ ਹੋਈਆਂ ਹਨ, ਉੱਥੇ ਬਾਣੀ ਦਾ ਸਰੂਪ ਜਦੋਂ ਮੇਰੇ ਕੋਲ ਹੋਏਗਾ ਤੇ ਕੌਣ ਹੋਰ ਮੈਨੂੰ ਛੱਡ ਕੇ ਕਿੱਥੇ ਜਾਏਗਾ। ਇਹ ਸਾਰਾ ਕੁਝ ਜਦੋਂ ਹੈ ਹੀ ਮੇਰੇ ਕੋਲ, ਇਸ ਕਰਕੇ ਮੇਰੇ ਨਾਲ ਹੀ ਜੁੜਨਾ ਪਏਗਾ। ਔਰ ਉਹਨਾਂ ਸੰਗਤਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਚਨ ਕੀਤੇ, ਕਹਿਣ ਲੱਗੇ ਹੇ ਪਾਤਸ਼ਾਹ, ਜਿਹੜਾ ਧੀਰਮਲ ਹੈ ਨਾ, ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਬਹੁਤ ਸਾਰੀਆਂ ਸੰਗਤਾਂ ਨੂੰ ਆਪਣੇ ਨਾਲ ਜੋੜੀ ਜਾ ਰਿਹਾ ਹੈ, ਆਪਣੇ ਨਾਲ ਜੋੜਦਾ ਹੈ, ਲਾਲਚ ਦਿੰਦਾ ਹੈ, ਕਈ ਤਰ੍ਹਾਂ ਦੀ ਖੋਟ ਮਨ ਦੇ ਵਿੱਚ ਧਾਰਨ ਕਰਕੇ ਇਸ ਤਰ੍ਹਾਂ ਦੇ ਬਚਨ ਵਿਲਾਸ ਕਰਦਾ ਹੈ। ਔਰ ਸਤਿਗੁਰੂ ਜੀ ਜਿਹਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਹੈ ਔਰ ਅੰਮ੍ਰਿਤ ਬਾਣੀ ਦੇ ਕਰਕੇ ਬਹੁਤ ਵੱਡਾ ਦਾਵਾ ਕਰਦਾ ਹੈ। ਔਰ ਸਾਰਾ ਕੁਛ ਬਾਬਾ ਭਾਨਾ ਜੀ ਔਰ ਰਾਏ ਜੋਧ ਦੇ ਕੋਲੋਂ ਛੇਵੇਂ ਪਾਤਸ਼ਾਹ ਜੀ ਨੇ ਸੁਣਿਆ ਕਿ ਬਾਬਾ ਧੀਰਮਲ ਕਿਵੇਂ ਸੰਗਤਾਂ ਨੂੰ ਗੁੰਮਰਾਹ ਕਰਦਾ ਹੈ, ਆਪਣੇ ਨਾਲ ਜੋੜਨ ਦਾ ਯਤਨ ਕਰ ਰਿਹਾ, ਸਾਜ਼ਿਸ਼ਾਂ ਕਰ ਰਿਹਾ, ਢੰਗ ਤਰੀਕੇ ਵਰਤ ਕੇ ਗੁਰਤਾ ਗੱਦੀ ਲੈਣੀ ਚਾਹੁੰਦਾ ਹੈ। ਇਹ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦੀ ਔਰ ਸਤਿਗੁਰਾਂ ਨੇ ਸਾਰਾ ਕੁਝ ਜਾਣਿਆ ਹੈ। ਔਰ ਛੇਵੇਂ ਪਾਤਸ਼ਾਹ ਜੀ ਬਹੁਤ ਵੱਡਾ ਸੰਗਤਾਂ ਦੇ ਵਿੱਚੋਂ ਇਹ ਬਚਨ ਸੁਣੇ ਕਿ ਧੀਰਮਲ ਇਸ ਕਦਰ ਡਿੱਗ ਚੁੱਕਾ ਹੈ, ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਿਹਾ ਹੈ। ਤੇ ਜਿਤਨੇ ਵੀ ਉੱਥੇ ਸੁਣਨ ਵਾਲੇ ਸਨ ਸਾਰੇ ਹੈਰਾਨ ਹੋਏ ਹਨ। हे ਪਾਤਸ਼ਾਹ, ਦੇਖੋ ਕਿੰਨਾ ਵੱਡਾ ਗੁਨਾਹ ਕਰ ਰਿਹਾ ਹੈ, ਕਿੰਨੀ ਵੱਡੀ ਈਰਖਾ ਕਰ ਰਿਹਾ ਹੈ ਔਰ ਧੀਰਮਲ ਕਿਵੇਂ ਸੰਗਤਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਔਰ ਹੁਣੇ ਹੀ ਆਪਣੀ ਮਨ ਖੋਟੀ ਮਤ ਧਾਰਨ ਕਰਕੇ ਤੇ ਹੁਣੇ ਗੁਰੂ ਬਣ ਬੈਠਾ ਹੈ, ਹੁਣੇ ਆਪਣੇ ਆਪ ਨੂੰ ਪੁਜਵਾ ਰਿਹਾ ਹੈ ਤੇ ਸੰਗਤਾਂ ਨੂੰ ਨਾਲ ਜੋੜ ਰਿਹਾ ਹੈ। ਸਤਿਗੁਰੂ ਜੀ ਕਿਤਨੀ ਖੋਟੀ ਮਤ ਧੀਰਮਲ ਨੇ ਧਾਰਨ ਕਰ ਲਈ ਹੈ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਾ ਕੁਝ ਸੰਗਤਾਂ ਦੇ ਕੋਲੋਂ ਜਿਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਧੀਰਮਲ ਨੇ ਕੀਤੀ ਹੈ, ਉਹਨਾਂ ਨੇ ਸਾਰਾ ਹਾਲ ਸਤਿਗੁਰਾਂ ਨੂੰ ਸੁਣਾਇਆ ਤੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਵਿਚਾਰ ਸੁਣੇ ਹਨ। ਔਰ ਸੰਗਤਾਂ ਨੇ ਫਿਰ ਬੇਨਤੀ ਕੀਤੀ ਹੈ, ਕਹਿਣ ਲੱਗੇ ਪਾਤਸ਼ਾਹ ਸਭ ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ ਹੀ ਜ਼ਿੰਮੇਵਾਰੀ ਦਸਤਾਰ ਦੇਣੀ ਸ਼ੁਭਦੀ ਹੈ। ਔਰ ਹੁਣ ਸਹਿ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਜਿਹੜੀ ਵਡਿਆਈ ਹੈ, ਉਹਨਾਂ ਦੇ ਜਿਹੜੇ ਗੁਣ ਹਨ, ਉਹਨਾਂ ਦੀ ਜਿਹੜੀ ਨਿਮਰਤਾ ਹੈ, ਉਹਦੇ ਕਰਕੇ ਬਹੁਤ ਵੱਡਾ ਜਸ ਛੋਟੇ ਸਪੁੱਤਰ ਦਾ ਹੈ। ਜਿੱਥੇ ਧੀਰਮਲ ਆਪਣੀਆਂ ਸਾਜ਼ਿਸ਼ਾਂ ਦੇ ਕਰਕੇ ਬਦਨਾਮ ਹੋ ਚੁੱਕਾ ਹੈ, ਉੱਥੇ ਛੋਟੇ ਸਪੁੱਤਰ ਦੀ ਵੱਡੀ ਵਡਿਆਈ ਹੈ। ਔਰ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਡਿਆਈ ਲਗ ਸੁਤ ਕਹੁ ਦਈ। ਸਤਿਗੁਰਾਂ ਨੇ ਫਿਰ ਹੁਕਮ ਕਰ ਦਿੱਤਾ ਹੈ ਕਿ ਭਾਈ ਇਸੇ ਤਰ੍ਹਾਂ ਹੀ ਠੀਕ ਹੈ, ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ ਹੀ ਵਡਿਆਈ ਦੇਣੀ ਸ਼ੁਭਦੀ ਹੈ। ਅੰਤ ਜਾਮ ਦਿਵਸ ਚੜ੍ਹਦੇ ਲਗ ਮਸਲਤ
ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੀਆਂ ਹਨ ਤੇ ਜਾਮ ਦਿਵਸ ਕਹਿਣ ਤੋਂ ਭਾਵ 3 ਘੰਟਿਆਂ ਦਾ ਸਮਾਂ, ਇੱਕ ਪਹਿਰ ਦਾ ਸਮਾਂ ਜਿਹੜਾ ਬਤੀਤ ਹੋ ਚੁੱਕਾ ਹੈ, ਇੱਕ ਪਹਿਰ ਦਿਨ ਚੜ੍ਹ ਚੁੱਕਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਇਸ ਤਰ੍ਹਾਂ ਸੰਗਤ ਦੇ ਵਿੱਚ ਬੈਠੇ ਕਈ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਹਨ ਤੇ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਹੁਣ ਜਿਹੜੀ ਇਹ ਵਡਿਆਈ ਹੈ ਇਹ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਪ੍ਰਾਪਤ ਹੋਏਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜੀ ਵੱਡੀ ਉਹਨਾਂ ਦੀ ਵਡਿਆਈ ਪ੍ਰਗਟ ਹੋਣੀ ਹੈ। ਜਦੋਂ ਸਤਿਗੁਰਾਂ ਨੇ ਸੰਗਤ ਵਿੱਚ ਇਸ ਤਰ੍ਹਾਂ ਦੇ ਬਚਨ ਕਹੇ ਸਾਰੀ ਸੰਗਤ ਪ੍ਰਸੰਨ ਹੋ ਗਈ ਹੈ, ਖੁਸ਼ ਹੋਏ ਹਨ ਤੇ ਸਾਰਿਆਂ ਨੇ ਫਿਰ ਗਰੀਬ ਨਿਵਾਜ ਸਤਿਗੁਰਾਂ ਨੇ ਹੁਕਮ ਕੀਤਾ, ਗੁਰੂ ਕੀ ਆਗਿਆ ਦੇ ਵਿੱਚ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਹੈ ਔਰ ਗੁਰੂ ਕੇ ਹੁਕਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ ਹੈ ਇਸ ਬੈਰਾਗਮਈ ਸਮੇਂ ਦੇ ਅੰਦਰ। ਔਰ ਹੁਣ ਸਤਿਗੁਰਾਂ ਦੇ ਹੁਕਮ ਦੇ ਵਿੱਚ ਦਿਨ ਰਾਤ ਵੱਡਾ ਜਿਹੜਾ ਗੁਰੂ ਕਾ ਲੰਗਰ ਹੈ ਉਹ ਚੱਲ ਰਿਹਾ ਹੈ। ਹੁਣ ਜਦੋਂ ਦੁਪਹਿਰ ਵਾਲਾ ਸਮਾਂ ਹੋਇਆ ਹੈ ਔਰ ਸਤਿਗੁਰਾਂ ਦੀ ਆਗਿਆ ਦੇ ਵਿੱਚ ਫਿਰ ਬਹੁਤ ਵੱਡੀ ਜਿਹੜੀ ਤਿਆਰੀ ਕੀਤੀ ਗਈ ਹੈ ਔਰ ਮਸੰਦਾ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਜਿੱਥੇ ਬਹੁਤ ਵੱਡੀ ਤਿਆਰੀ ਇੱਕ ਪੰਡਾਲ ਦੀ ਕੀਤੀ ਹੈ, ਉੱਥੇ ਸਾਰੀ ਸੰਗਤ ਦੀ ਆਏ ਹੋਏ ਪਰਿਵਾਰ ਔਰ ਵੱਡੇ ਗੁਰੂ ਸਾਹਿਬਾਨਾਂ ਦੇ ਸਪੁੱਤਰ ਔਰ ਉਹਨਾਂ ਦੀ ਵੰਸ਼ ਸਾਰਿਆਂ ਦੀ ਖਬਰਸਾਰ ਗੁਰੂ ਕੇ ਪ੍ਰਚਾਰਕ ਜ਼ਿੰਮੇਵਾਰ ਜਥੇਦਾਰ ਮਸੰਦ ਜਿਹੜੇ ਥਾਪੇ ਗਏ ਸਨ। ਪਹਿਲੇ ਸਮੇਂ ਦੇ ਵਿੱਚ ਮਸੰਦਾਂ ਨੇ ਬਹੁਤ ਤਗੜੀ ਜਿਹੜੀ ਸੇਵਾ ਹੈ ਉਹ ਨਿਭਾਈ ਹੈ, ਪਰ ਸਮੇਂ ਦੇ ਨਾਲ ਕਈ ਵਾਰੀ ਜਿਹੜਾ ਹੈ ਆਉਣ ਵਾਲੇ ਅੱਗੇ ਜਾ ਕਰਕੇ ਇਹਨਾਂ ਦੇ ਜੀਵਨ ਦੇ ਵਿੱਚ ਵੀ ਢਿੱਲ ਆ ਗਈ ਸੀਗੀ, ਜਿੱਥੇ ਫਿਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਫਿਰ ਇਹਨਾਂ ਨੂੰ ਸਜ਼ਾ ਵੀ ਦਿੱਤੀ ਗਈ ਸੀਗੀ। ਪਰ ਆਰੰਭਲੇ ਸਮੇਂ ਦੇ ਵਿੱਚ ਇਸ ਸਮੇਂ ਦੇ ਵਿੱਚ ਇਹਨਾਂ ਨੇ ਜਿੱਥੇ ਬਹੁਤ ਵੱਡਾ ਪ੍ਰਚਾਰ ਕੀਤਾ ਹੈ, ਹਰ ਸਮੇਂ ਸੇਵਾ ਦੇ ਵਿੱਚ ਵੀ ਅੱਗੇ ਰਹੇ ਹਨ ਔਰ ਬਹੁਤ ਸੁੰਦਰ ਫਰਸ਼ ਜਿਹੜਾ ਹੈ ਪਾਣੀ ਛਟਕਾ ਕਰਕੇ ਸੋਹਣੀ ਤਿਆਰੀ ਕਰਕੇ ਔਰ ਇਹਨਾਂ ਨੇ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਹੈ ਤੇ ਜਿੱਥੇ ਵੱਡੀ ਗਿਣਤੀ 'ਚ ਸੰਗਤ ਨੇ ਬੈਠਣਾ ਹੈ ਉਹਨੂੰ ਸਾਰੀ ਜਗ੍ਹਾ ਨੂੰ ਸਾਫ਼ ਕਰ ਦਿੱਤਾ ਗਿਆ ਹੈ ਤੇ ਕਈ ਢੰਗਾਂ ਦੀ ਸੋਹਣੀ ਰੰਗਦਾਰ ਜਿਹੜੀ ਥੱਲੇ ਅੱਜ ਵਿਛਾਈ ਹੋਈ ਹੈ ਤੇ ਧਰਤੀ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਵਸਤਰ ਸਨ, ਗਲੀਚੇ ਸਨ, ਉਹਨਾਂ ਦੇ ਨਾਲ ਢੱਕ ਦਿੱਤਾ ਗਿਆ ਹੈ। ਸੋਹਣੀ ਵਿਛਾਈ ਇਹਨਾਂ ਵੱਲੋਂ ਸੁੰਦਰ ਅਸਥਾਨ ਤਿਆਰ ਕੀਤਾ ਗਿਆ ਹੈ ਔਰ ਜਦੋਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਪਹਿਰ ਦਾ ਸਮਾਂ ਸ਼ਾਮ ਢਲਣ ਵਾਲੀ ਹੈ ਤੇ ਸਤਿਗੁਰਾਂ ਨੇ ਵਿਚਾਰਿਆ ਇਤਨਾ ਕੋ ਸਮਾਂ ਬਾਕੀ ਹੈ ਔਰ ਜਿੱਥੇ ਬਹੁਤ ਖੂਬਸੂਰਤ ਢੰਗ ਦੇ ਨਾਲ ਪ੍ਰਬੰਧ ਕੀਤਾ ਹੋਇਆ ਹੈ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚੇ ਹਨ ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਦੇ ਸਾਥ ਆਏ ਹਨ, ਜਿੱਥੇ ਬਹੁਤ ਵੱਡੀ ਤਿਆਰੀ ਹੋਈ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਨਾਲ ਪਾਤਸ਼ਾਹ ਜੀ ਲੈ ਕਰਕੇ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਬਾਲਕ ਨੂੰ ਉੱਥੇ ਆਏ ਹਨ ਔਰ ਸਤਿਗੁਰਾਂ ਨੇ ਬਾਲਕ ਹਰਿਰਾਏ ਸਾਹਿਬ ਜੀ ਦਾ ਜਿਹੜਾ ਹੱਥ ਹੈ ਉਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ ਪਕੜਿਆ ਹੋਇਆ ਹੈ ਤੇ ਗਰੀਬ ਨਿਵਾਜ ਸਤਿਗੁਰੂ ਜੀ ਸੰਗਤ ਵਿੱਚ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਪਹੁੰਚੇ, ਜਿੱਥੇ ਬਹੁਤ ਸੁੰਦਰ ਤਿਆਰੀ ਹੋਈ ਹੈ। ਸਾਰੀ ਸੰਗਤ, ਰਿਸ਼ਤੇਦਾਰ, ਗੁਰੂ ਕੇ ਪਿਆਰੇ ਸਿੱਖ, ਵੱਖਰੇ ਵੱਖਰੇ ਗੁਰੂ ਸਾਹਿਬਾਨਾਂ ਦੇ ਪਰਿਵਾਰ, ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਤੇ ਵੱਡੀ ਗਿਣਤੀ 'ਚ ਸੰਗਤ ਪਹੁੰਚੀ ਹੈ। ਉੱਥੇ ਜਿਹੜੀ ਜ਼ਿੰਮੇਵਾਰੀ ਹੈ ਉਹ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਜਿਸ ਤਰ੍ਹਾਂ ਦਿੱਤੀ ਜਾਏਗੀ, ਇਹ ਜਿਹੜਾ ਇਤਿਹਾਸ ਹੈ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਾਰਾ ਸਰਵਣ ਕਰਾਂਗੇ। ਪ੍ਰਿਥੀ ਚੰਦ ਦੇ ਵਾਂਗ ਧੀਰਮਲ
ਆਉਣ ਵਾਲੇ ਸਮੇਂ ਦੇ ਵਿੱਚ ਹੀ ਵੀ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਧੀਰਮਲ ਜਿਹੜਾ ਹੈ ਉਹ ਹਮੇਸ਼ਾ ਗੁਰੂ ਦਾ ਵਿਰੋਧੀ ਹੀ ਰਿਹਾ ਹੈ, ਗੁਰੂ ਘਰ ਦਾ ਆਪਣੇ ਮੁਤਾਬਕ ਹੀ ਚੱਲਿਆ ਹੈ। ਔਰ ਇਸ ਕਰਕੇ ਸਾਜ਼ਿਸ਼ਾਂ ਦੇ ਕਰਕੇ ਅੱਜ ਸਤਿਕਾਰ ਵੀ ਨਹੀਂ ਮਿਲਿਆ, ਔਰ ਨਿਮਰਤਾ ਦੇ ਕਰਕੇ ਨਿਵੈ ਸੋ ਗੌਰਾ ਹੋਏ। ਨਿਮਰਤਾ ਦੇ ਕਰਕੇ ਛੋਟੇ ਸਪੁੱਤਰ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪ ਬਹੁਤ ਵੱਡਾ ਸਨਮਾਨ ਬਖਸ਼ਿਆ ਹੈ। ਜਿੱਥੇ ਪਹਿਲਾਂ ਜ਼ਿੰਮੇਵਾਰੀ ਦਿੱਤੀ ਗਈ ਹੈ ਪਿਤਾ ਦੀ ਦਸਤਾਰ, ਫਿਰ ਬਾਅਦ ਵਿੱਚ ਸਤਿਗੁਰਾਂ ਨੇ ਖੁਸ਼ ਹੋ ਕਰਕੇ ਗੁਰਤਾ ਗੱਦੀ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਬਖਸ਼ ਕਰਕੇ ਨਿਹਾਲ ਕੀਤਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਆਪਾਂ ਇਤਿਹਾਸ ਲੜੀਵਾਰ ਸਰਵਣ ਕਰਦੇ ਜਾਵਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ। ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਤੁਸੀਂ ਹਾਜ਼ਰੀ ਭਰ ਰਹੇ ਹੋ। ਜਿਹੜਾ ਵੀ ਗੁਰੂ ਕੇ ਚਰਨਾਂ ਦੇ ਨਾਲ ਜੁੜਿਆ ਹੈ ਉਹਨੂੰ ਹਮੇਸ਼ਾ ਹੀ ਮਾਣ ਸਤਿਕਾਰ ਮਿਲਿਆ ਹੈ। ਜਿਹਨੇ ਈਰਖਾ ਕੀਤੀ ਹੈ ਉਹ ਸੰਸਾਰ ਦੇ ਵਿੱਚ ਹਮੇਸ਼ਾ ਨੀਵਾਂ ਹੋਇਆ ਹੈ, ਪ੍ਰਾਪਤ ਕੁਛ ਵੀ ਨਹੀਂ ਹੋਇਆ। ਜੀਵਨ ਦੀ ਬਾਜੀ ਹਾਰ ਕੇ ਗਏ ਹਨ ਜਿਹੜੇ ਗੁਰੂ ਘਰ ਦੇ ਦੁਖੀ ਰਹੇ ਹਨ। ਇਸ ਕਰਕੇ ਝੁਕਣਾ ਜਿਹੜਾ ਹੈ ਗੁਰੂ ਘਰ ਦੇ ਵਿੱਚ ਆ ਕਰਕੇ ਉਹਦੇ ਵਿੱਚ ਹੀ ਵਡਿਆਈ ਹੈ, ਉਹਦੇ ਵਿੱਚ ਹੀ ਸਫਲਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਇਹ ਜਿਹੜਾ ਆਪਾਂ ਇਤਿਹਾਸ ਸਰਵਣ ਕਰਦੇ ਹਾਂ ਹਮੇਸ਼ਾ ਹੀ ਇਹਦੇ ਵਿੱਚੋਂ ਗੁਰੂ ਕੇ ਜੀਵਨ ਦੇ ਵਿੱਚੋਂ ਕੋਈ ਨਾ ਕੋਈ ਬਚਨ ਸਾਨੂੰ ਲੱਭਦਾ ਹੈ ਜਿਹਦੇ ਕਰਕੇ ਸਾਡਾ ਜੀਵਨ ਸਫਲ ਹੁੰਦਾ ਹੈ। ਨਿਮਰਤਾ ਤੇ ਗੁਰੂ ਕੀ ਆਗਿਆ ਦੇ ਵਿੱਚ ਹੀ ਵਡਿਆਈ ਹੈ। ਇਹ ਅੱਜ ਦਾ ਜਿਹੜਾ ਹੁਣ ਪ੍ਰਸੰਗ ਚੱਲ ਰਿਹਾ ਹੈ ਇਹਦੇ ਵਿੱਚੋਂ ਸਾਨੂੰ ਬਹੁਤ ਵੱਡੀ ਜਿਹੜੀ ਪ੍ਰੇਰਨਾ ਉਹ ਮਿਲਦੀ ਹੈ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਆਓ ਸਰਬੱਤ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ ਆਪਾਂ ਕੁਝ ਕੁ ਸਮਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਸਾਰੀ ਸੰਗਤ ਇਕਾਗਰਤਾ ਦੇ ਨਾਲ 5-4 ਮਿੰਟ ਵਾਸਤੇ ਸਿਮਰਨ ਦੇ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।